ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਜੁੜ ਚੁੱਕੇ ਹੋ ਇਹ ਸ਼ਾਮ ਦੀ ਗੁਰਮਤਿ ਕਲਾਸ ਵਿੱਚ, ਜਿਸ ਵਿੱਚ ਆਪਾਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸੁਖਮਨੀ ਸਾਹਿਬ ਦੀ ਸੰਥਿਆ ਤੇ ਵਿਚਾਰ ਆਰੰਭ ਕੀਤੀ ਸੀ। ਸਤਿਗੁਰਾਂ ਦੀ ਅਪਾਰ ਦਇਆ ਸਦਕਾ ਆਪਾਂ 5 ਅਸ਼ਟਪਦੀਆਂ ਸਮੇਤ ਸ਼ਲੋਕਾਂ ਦੇ ਵਿਚਾਰ ਚੁੱਕੇ ਹਾਂ, ਸੰਥਿਆ ਕਰ ਚੁੱਕੇ ਹਾਂ। ਅੱਜ ਆਪਾਂ 6ਵੀਂ ਜਿਹੜੀ ਅਸ਼ਟਪਦੀ ਹੈ ਉਹਦੇ ਨਾਲ ਦਾ ਸ਼ਲੋਕ ਜੋ ਹੈ ਉੱਥੋਂ ਆਪਾਂ ਆਰੰਭਤਾ ਕਰਨੀ ਹੈ। ਸੋ ਆਪ ਜਿੰਨੇ ਵੀ ਸੰਗਤ ਜੁੜ ਚੁੱਕੇ ਹੋ ਸਭ ਦਾ ਧੰਨਵਾਦ। ਆਓ ਆਪਾਂ ਸਤਿਗੁਰਾਂ ਦਾ ਧਿਆਨ ਧਰ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਤੇ ਆਪਾਂ ਇਸ ਪਾਵਨ ਬਾਣੀ ਦੀ ਸੰਥਿਆ ਤੇ ਵਿਚਾਰ ਆਰੰਭ ਕਰੀਏ। ਸੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਇਸ 6ਵੇਂ ਸ਼ਲੋਕ ਦੇ ਅੰਦਰ। ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਸਤਿਗੁਰੂ ਸ਼ਲੋਕ ਦੇ ਅੰਦਰ ਬਖਸ਼ਿਸ਼ ਕਰਦੇ ਆ ਕਾਮ ਕ੍ਰੋਧ ਅਰ ਲੋਭ ਮੋਹ। ਕਾਮ ਤੇ ਕ੍ਰੋਧ, ਲੋਭ ਅਤੇ ਮੋਹ ਬਿਨਸ ਜਾਏ ਅਹੰਮੇਵ। ਅਹੰਮੇਵ ਦਾ ਅਰਥ ਹੁੰਦਾ ਹੰਕਾਰ। ਇਹ ਪਰਮੇਸ਼ਵਰ ਜੀ ਇਹ ਸਾਰੇ ਨਾਸ਼ ਹੋ ਜਾਣ, ਮੇਰੇ ਕਾਮ ਵੀ ਖਤਮ ਹੋ ਜੇ ਮੇਰੇ ਅੰਦਰੋਂ, ਕ੍ਰੋਧ ਵੀ ਮੇਰਾ ਖਤਮ ਹੋ ਜਾਵੇ, ਲੋਭ ਵੀ ਖਤਮ ਹੋ ਜਾਵੇ ਤੇ ਮੋਹ ਵੀ ਤੇ ਹੰਕਾਰ ਵੀ। ਇਹ ਪੰਜੇ ਵਿਕਾਰ ਮੇਰੇ ਅੰਦਰੋਂ ਪਰਮੇਸ਼ਵਰ ਜੀ ਨਿਕਲ ਜਾਣ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ। ਇਹ ਪਰਮੇਸ਼ਵਰ ਜੀ, ਇਹ ਅਕਾਲ ਪੁਰਖ ਜੀ, ਇਹ ਸਾਰੇ ਮੇਰੇ ਅੰਦਰੋਂ ਖਤਮ ਹੋ ਜਾਣ। ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਇਹ ਪਰਮੇਸ਼ਵਰ ਜੀ, ਇਹ ਅਕਾਲ ਪੁਰਖ ਜੀ, ਇਹ ਪ੍ਰਭੂ ਪਰਮੇਸ਼ਵਰ ਜੀ ਸਰਣਾਗਤੀ ਜਿਹੜੇ ਗੁਰਦੇਵ ਹਨ, ਕਰ ਪ੍ਰਸਾਦ ਗੁਰਦੇਵ। ਜਦੋਂ ਗੁਰੂ ਕਿਰਪਾ ਕਰਦਾ ਹੈ, ਗੁਰੂ ਮਿਹਰ ਕਰਦਾ ਹੈ ਤੇ ਉਹ ਪ੍ਰਭੂ ਦੀ ਸ਼ਰਨ ਦੇ ਵਿੱਚ ਪਾ ਦਿੰਦਾ ਹੈ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਹੇ ਪਰਮੇਸ਼ਰ, ਹੇ ਗੁਰੂ ਜੀ, ਮੇਰੇ ਉੱਤੇ ਕਿਰਪਾ ਕਰੋ ਕਿ ਮੈਨੂੰ ਪਰਮੇਸ਼ਰ ਦੀ ਸ਼ਰਨਾਗਤੀ, ਪਰਮੇਸ਼ਰ ਦੀ ਸ਼ਰਨ ਵਿੱਚ ਪਾ ਦਿਓ। ਕਿਉਂ ਪਾ ਦਿਓ? ਕਿਉਂਕਿ ਮੇਰੇ ਆ ਜਿਹੜੇ 5 ਵਿਕਾਰ ਹਨ, ਕਾਮ ਕ੍ਰੋਧ ਲੋਭ ਮੋਹ ਤੇ ਅਹੰਮੇਵ ਹੰਕਾਰ, ਇਹ ਪੰਜੇ ਵਿਕਾਰ ਜਿਹੜੇ ਖਤਮ ਹੋ ਜਾਣ, ਮੈਨੂੰ ਪ੍ਰਭੂ ਦੀ ਸ਼ਰਨ ਦੇ ਵਿੱਚ ਪਾ ਦਿਓ। ਕਰ ਪ੍ਰਸਾਦ ਗੁਰਦੇਵ। ਹੇ ਗੁਰੂਦੇਵ ਜੀ, ਹੇ ਪਰਮੇਸ਼ਵਰ ਜੀ, ਹੈ ਗੁਰੂ ਸਰੂਪ ਜੀ, ਸ਼ਬਦ ਗੁਰੂ ਜੀ, ਆਪ ਕਿਰਪਾ ਕਰਕੇ ਮੈਨੂੰ ਪਰਮੇਸ਼ਰ ਦੀ ਸ਼ਰਨਾਗਤੀ, ਪਰਮੇਸ਼ਰ ਦੀ ਸ਼ਰਨ ਵਿੱਚ ਪਾ ਦਿਓ। ਮੈਨੂੰ ਪਰਮੇਸ਼ਰ ਦਾ ਲਖਿਆਤਾ ਕਰਵਾ ਦਿਓ ਤਾਂ ਕਿ ਮੈਂ ਆਪਣੇ 5 ਵਿਕਾਰ ਜਿਹੜੇ ਆ ਉਹ ਖਤਮ ਕਰ ਸਕਾਂ। ਸੋ ਇਸ ਸ਼ਲੋਕ ਦਾ ਇਹੀ ਭਾਵ ਹੈ ਜੋ ਸਤਿਗੁਰਾਂ ਨੇ ਅੰਦਰ ਅਸ਼ਟਪਦੀ ਦੇ ਅੰਦਰ ਕੀ ਹੈ, ਇਸੇ ਹੀ ਸ਼ਲੋਕ ਦੀ ਵਿਆਖਿਆ ਹੋਵੇਗੀ ਕਿ ਕੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਕਿ ਕਿਵੇਂ ਆਪਣੇ ਹਿਰਦੇ 'ਚ ਪਰਮੇਸ਼ਰ ਨੂੰ ਵਸਾਉਣਾ ਹੈ ਤੇ ਇਹਨਾਂ ਵਿਕਾਰਾਂ ਨੂੰ ਕੱਢਣਾ ਹੈ। ਤੇ ਮਨੁੱਖ ਕਰਦਾ ਕੀ ਪਿਆ ਹੈ, ਜਿਹਦੇ ਉੱਤੇ ਇੰਨੀ ਪਰਮੇਸ਼ਰ ਨੇ ਕਿਰਪਾ ਕੀਤੀ ਆ, ਤੇ ਉਹ ਕੀ ਕਰਦਾ ਪਿਆ ਮਨੁੱਖ। ਜੇ ਅਸ਼ਟਪਦੀ ਜਿਹੇ ਪ੍ਰਸਾਦ ਸ਼ਕਤੀ ਹੀ ਅੰਮ੍ਰਿਤ ਖਾਹੇ। ਜਿਹੇ ਪ੍ਰਸਾਦ, ਜਿਸ ਦੀ ਕਿਰਪਾ ਦੇ ਨਾਲ, ਜਿਹੇ ਪ੍ਰਸਾਦ, ਜਿਸ ਪਰਮੇਸ਼ਵਰ ਦੀ ਅਕਾਲ ਪੁਰਖ ਦੀ ਕਿਰਪਾ ਦੇ ਨਾਲ 36 ਅੰਮ੍ਰਿਤ ਖਾਏ। 36 ਤਰ੍ਹਾਂ ਦੇ ਭੋਜਨ, ਅੰਮ੍ਰਿਤ ਦਾ ਅਰਥ ਤੇ ਕਰਾਂਗੇ ਭੋਜਨ। ਜਿਸ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਹੇ ਮਨੁੱਖ ਤੂੰ 36 ਤਰ੍ਹਾਂ ਦੇ ਭੋਜਨ ਖਾਂਦਾ ਹੈ। ਤਰ੍ਹਾਂ ਤਰ੍ਹਾਂ ਦੇ 36 ਪ੍ਰਕਾਰ ਦੇ ਭੋਜਨਾਂ ਦੇ ਵਿੱਚ ਸਾਰੇ ਭੋਜਨ ਆ ਜਾਂਦੇ ਆ ਸਾਧ ਸੰਗਤ। ਸਲੂਣੇ, ਮਿੱਠੇ ਜਿਹੜੇ ਵੀ ਆ, ਫਲ ਆਦਿਕ, ਫਿਰ ਉਸ ਤੋਂ ਬਾਅਦ ਹੋਰ ਦੁੱਧ ਆਦਿਕ, ਫਿਰ ਚਟਨੀਆਂ, ਪਕੌੜੇ, ਜੋ ਵੀ ਹੈ, ਤੇ ਮਠਿਆਈ, ਖੱਟੀਆਂ ਚੀਜ਼ਾਂ, ਇਹ ਸਾਰਾ ਕੁਛ ਜਿਹੜਾ ਕੁੱਲ ਮਿਲਾ ਕੇ ਇਹ 36 ਤਰ੍ਹਾਂ ਦੇ ਭੋਜਨ ਬਣਦੇ ਆ। ਮਹਾਰਾਜ ਕਹਿੰਦੇ 36 ਪ੍ਰਕਾਰ ਦੇ ਭੋਜਨ ਜਿਸ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਮਨੁੱਖ ਤੂੰ ਖਾਣਾ ਹੈ। ਜੇ ਪ੍ਰਸਾਦ, ਪ੍ਰਸਾਦ ਦਾ ਅਰਥ ਕਰਾਂਗੇ ਕਿਰਪਾ।
ਜਿਹਦੀ ਕਿਰਪਾ ਦੇ ਨਾਲ, ਜਿਹਦੀ ਕਿਰਪਾ ਦੇ ਦੁਆਰਾ 36 ਪ੍ਰਕਾਰ ਦੇ ਅੰਮ੍ਰਿਤ ਖਾਹੇ, 36 ਪ੍ਰਕਾਰ ਦੇ ਭੋਜਨ ਖਾ ਰਿਹਾ ਹੈ ਮਨੁੱਖ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਉਸ ਪਰਮੇਸ਼ਰ ਨੂੰ, ਉਸ ਅਕਾਲ ਪੁਰਖ ਨੂੰ ਆਪਣੇ ਮਨ ਦੇ ਵਿੱਚ ਰੱਖਣਾ ਕਰ, ਭਾਵ ਉਹਨੂੰ ਮਨ ਦੇ ਵਿੱਚ ਸਿਮਰਨਾ ਕਰ। ਉਸ ਅਕਾਲ ਪੁਰਖ ਨੂੰ, ਉਸ ਵਾਹਿਗੁਰੂ ਨੂੰ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਜਿਹੜਾ ਤੈਨੂੰ 36 ਪ੍ਰਕਾਰ ਦੇ ਭੋਜਨ ਦਿੰਦਾ ਹੈ, ਉਹਨੂੰ ਹਿਰਦੇ 'ਚ ਟਿਕਾ ਕੇ ਰੱਖ। ਜਿਹੇ ਪ੍ਰਸਾਦ ਸੁਗੰਧਤ ਤਨ ਲਾਵਹਿ, ਤਿਸ ਕਉ ਸਿਮਰਤ ਪਰਮਗਤ ਪਾਵਹਿ। ਮਹਾਰਾਜ ਕਹਿੰਦੇ ਆ ਭਾਈ, ਜਿਹਦੀ ਕਿਰਪਾ ਦੇ ਨਾਲ ਤੂੰ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਆਪਣੇ ਸਰੀਰ ਤੇ ਲਾਉਣਾ। ਦੇਖੋ, ਪਰਮੇਸ਼ਰ ਨਾ ਕਿਰਪਾ ਕਰੇ ਤੇ ਮਨੁੱਖ ਉਹ 'ਚ ਖਾ ਵੀ ਨਹੀਂ ਸਕਦਾ। ਕਿਤੇ ਜੀਭ ਦੇ ਉੱਤੇ ਛੋਟਾ ਜਿਹਾ ਛਾਲਾ ਹੋ ਜਾਵੇ ਨਾ, ਤੇ ਫਿਰ 36 ਅੰਮ੍ਰਿਤ ਦੀ ਥਾਂ ਤੇ ਮਿੱਠਾ ਹੀ ਇਕੱਲਾ ਖਾਧਾ ਜਾਏਗਾ, ਹੋਰ ਨਹੀਂ ਕੁਛ ਵੀ। ਤੇ ਜੇ ਜੀਭ ਹੀ ਨਾ ਰਵੇ ਤੇ ਫਿਰ ਕੋਈ ਸਵਾਦ ਵੀ ਨਹੀਂ ਆਉਣਾ। ਜੇ ਉਹਦੀ ਕਿਰਪਾ ਹੀ ਆ ਨਾ ਤਾਂ ਹੀ ਖਾਂਦੇ ਆ। ਤੇ ਜੇ ਹੋਵੇ ਹੀ ਨਾ ਘਰ 'ਚ ਰਾਸ਼ਨ, ਫਿਰ ਕਿੱਥੋਂ ਖਾ ਲਾਂਗੇ? ਇਹ ਵੀ ਉਹਦੀ ਕਿਰਪਾ ਦੇ ਨਾਲ ਆ ਰਿਹਾ ਸਾਰਾ। ਫਿਰ ਸੁਗੰਧਿਤ ਤਨ ਲਾਭ ਹੈ, ਜਿਹੜਾ ਸਰੀਰ ਦੇ, ਜੇ ਸਰੀਰ ਹੀ ਨਾ ਹੋਵੇਗਾ ਤੇ ਫਿਰ ਸੁਗੰਧਿਤ ਕਿਹਨੂੰ ਕਰਾਂਗੇ? ਤੇ ਜੇ ਸਰੀਰ ਹੋਵੇਗਾ, ਸੁਗੰਧੀਆਂ ਨਾ ਹੋਣਗੀਆਂ ਤਰ੍ਹਾਂ ਤਰ੍ਹਾਂ ਦੀਆਂ ਪਰਮੇਸ਼ਰ ਦੀਆਂ ਬਣਾਈਆਂ ਹੋਈਆਂ ਵੱਖ-ਵੱਖ ਤਰ੍ਹਾਂ ਦੀਆਂ ਸੁਗੰਧੀਆਂ, ਅਤਰ ਫਲੇਲਾਂ, ਜੇ ਉਹੀ ਨਾ ਹੋਣਗੀਆਂ ਤੇ ਫਿਰ ਕਿੱਥੋਂ ਸਰੀਰ ਤੇ ਲਾਵਾਂਗੇ? ਨਹੀਂ ਲਾ ਸਕਦੇ। ਉਹਦੀ ਕਿਰਪਾ ਹੈ ਤੇ ਸਾਰਾ ਕੁਝ ਮਿਲ ਰਿਹਾ, ਸਰੀਰ ਮਿਲਿਆ ਹੈ, ਫਿਰ ਇਹਦੇ ਤੇ ਲਾਉਣ ਨੂੰ ਸੁਗੰਧੀਆਂ ਮਿਲੀਆਂ ਤਰ੍ਹਾਂ ਤਰ੍ਹਾਂ ਦੀਆਂ, ਤਰ੍ਹਾਂ ਤਰ੍ਹਾਂ ਦੇ ਸੈਂਟ ਮਿਲੇ ਆ, ਤਰ੍ਹਾਂ ਤਰ੍ਹਾਂ ਦੇ ਜਿਹੜੇ ਆ ਉਹ ਸਰੀਰ ਤੇ ਲਾਉਣ ਲਈ ਜਿਹੜੇ ਅਤਰ ਮਿਲੇ ਆ। ਜੇ ਪ੍ਰਸਾਦ ਸੁਗੰਧ ਤਨ ਲਾਵੇ, ਤਿਸ ਕੋ ਸਿਮਰਤ ਪਰਮਗਤ ਪਾਵੇ। ਮਹਾਰਾਜ ਕਹਿੰਦੇ ਆ, ਉਸ ਪਰਮੇਸ਼ਰ ਨੂੰ ਸਿਮਰ ਤੇ ਸਿਮਰ ਕੇ ਪਰਮਗਤ ਗਤੀ ਨੂੰ ਤੂੰ ਪਾ ਲਵੇਂਗਾ। ਜਿਸ ਪਰਮੇਸ਼ਰ ਨੇ ਇੰਨਾ ਕੁਝ ਤੈਨੂੰ ਬਣਾ ਕੇ ਦਿੱਤਾ ਹੈ ਨਾ, ਜੇ ਤੂੰ ਉਹਨੂੰ ਸਿਮਰੇਗਾ ਭਾਈ, ਤੇ ਤੇਰੀ ਵੀ ਪਰਮ ਗਤੀ ਹੋ ਜਾਵੇਗੀ। ਤੂੰ ਵੀ ਪਰਮ ਗਤੀ ਨੂੰ ਪ੍ਰਾਪਤ ਹੋ ਜਾਏਗਾ ਜੇ ਉਹਨੂੰ ਸਿਮਰੇਗਾ। ਜੇ ਸਿਮਰੇਗਾ ਤਾਂ, ਜੇ ਨਹੀਂ ਸਿਮਰੇਗਾ ਫਿਰ ਨਹੀਂ। ਜੇ ਪ੍ਰਸਾਦ ਬਸਹਿ ਸੁਖ ਮੰਦਰ, ਤਿਸ ਹੈ ਧਿਆਏ ਸਦਾ ਮਨ ਅੰਦਰ। ਮਹਾਰਾਜ ਕਹਿੰਦੇ, ਜਿਸ ਪਰਮੇਸ਼ਰ ਦੀ ਕਿਰਪਾ ਦੇ ਨਾਲ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਸਹਿ ਸੁਖ ਮੰਦਰ, ਜਿਹਦੀ ਕਿਰਪਾ ਦੇ ਨਾਲ ਸੁੱਖਾਂ ਦੇ ਮੰਦਰ, ਭਾਵ ਸੁੱਖਾਂ ਦੇ ਘਰ ਦੇ ਵਿੱਚ ਵਸਦਾ ਹੈ, ਮਕਾਨਾਂ ਦੇ ਵਿੱਚ ਵਸਦਾ ਹੈ। ਇੰਨੇ ਸੁੰਦਰ ਸੁੰਦਰ ਘਰ ਜਿਹਦੀ ਕਿਰਪਾ ਦੇ ਨਾਲ ਬਣਾਏ ਆ, ਜਿਹਦੇ ਅੰਦਰ ਹਰ ਚੀਜ਼ ਦੀ ਤੈਨੂੰ ਫੈਸਿਲਿਟੀ ਹੈ, ਹਰ ਚੀਜ਼ ਤੈਨੂੰ ਪ੍ਰਾਪਤ ਹੋ ਰਹੀ ਹੈ। ਐਸੇ ਸੁੱਖ ਮੰਦਰ, ਐਸੇ ਸੁੱਖਾਂ ਦੇ ਘਰ ਵਿੱਚ ਰਹਿ ਰਹੇ ਆ। ਤਿਸੇ ਧਿਆਏ ਸਦਾ ਮਨ ਅੰਦਰ। ਫਿਰ ਉਹਨੂੰ ਆਪਣੇ ਮਨ ਅੰਦਰ ਧਿਆ, ਉਹਨੂੰ ਯਾਦ ਕਰ ਕਿ ਪਰਮੇਸ਼ਰ ਤੂੰ ਬਹੁਤ ਕਿਰਪਾ ਕੀਤੀ, ਚੰਗਾ ਘਰ ਦਿੱਤਾ। ਦੇਖੋ, ਕਈਆਂ ਦੇ ਕੋਲ ਤੇ ਘਰ ਵੀ ਨਹੀਂ ਹੁੰਦਾ, ਪਰ ਪਰਮੇਸ਼ਰ ਨੇ ਘਰ ਦਿੱਤਾ ਹੈ। ਜੇ ਮਨੁੱਖ ਪਰਮੇਸ਼ਰ ਨੂੰ ਲਾਮੇ ਦੇਈ ਜਾਵੇ ਤੇ ਉਹਨਾਂ ਵੱਲ ਨਾ ਦੇਖੇ, ਤੇ ਫਿਰ ਤੇ ਮਨੁੱਖ ਲਈ ਮਾੜੀ ਗੱਲ ਹੈ। ਜਿਹਦੀ ਕਿਰਪਾ ਦੇ ਨਾਲ ਮਹਾਰਾਜ ਕਹਿੰਦੇ, ਤੂੰ ਸੁੱਖਾਂ ਦੇ ਮੰਦਰ ਘਰ ਦੇ ਵਿੱਚ ਵਸ ਰਿਹਾ ਹੈ, ਚੰਗੇ ਮਕਾਨ ਦੇ ਵਿੱਚ ਵਸ ਰਿਹਾ ਹੈ, ਤੇ ਫਿਰ ਤੂੰ ਉਹਨੂੰ ਯਾਦ ਕਿਉਂ ਨਹੀਂ ਕਰਦਾ? ਉਹਨੂੰ ਯਾਦ ਕਰ। ਤਿਸੇ ਧਿਆਏ ਸਦਾ ਮਨ ਅੰਦਰ। ਆਪਣੇ ਮਨ ਦੇ ਵਿੱਚ ਉਸ ਪਰਮੇਸ਼ਵਰ ਨੂੰ, ਉਸ ਅਕਾਲ ਪੁਰਖ ਨੂੰ ਭਾਈ ਧਿਆਉਣਾ ਕਰੋ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਹੁ ਤਿਸ ਰਸਨਾ। ਮਹਾਰਾਜ ਕਹਿੰਦੇ, ਜੇ ਪ੍ਰਸਾਦ, ਜਿਸ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਗ੍ਰਹਿ ਸੰਗ ਸੁਖ ਬਸਨਾ। ਗ੍ਰਹਿ ਸੰਗ ਦਾ ਪਿਛਲੇ ਆਪਣਾ ਜਿਹੜਾ ਸੀ ਸੁਖ ਮੰਦਰ, ਮੰਦਰ ਦਾ ਅਰਥ ਕੀਤਾ ਸੀ ਮਕਾਨ, ਘਰ, ਤੇ ਇੱਥੇ ਗ੍ਰਹਿ ਦਾ ਅਰਥ ਕਰਾਂਗੇ ਜਿਹੜੇ ਘਰ ਦੇ ਪਰਿਵਾਰ ਹੁੰਦੇ ਆ। ਮਕਾਨ ਹੁੰਦਾ ਆ ਜਿਹੜਾ ਆਪਾਂ ਇੱਟਾਂ ਦਾ ਬਣਾਉਂਦੇ ਆ, ਤੇ ਘਰ ਜਿਹੜਾ ਹੁੰਦਾ ਆ ਉਹਦੇ ਵਿੱਚ ਜਿਹੜੇ ਜੀਅ ਵਸਦੇ, ਉਹਨਾਂ ਦੇ ਨਾਲ ਘਰ ਬਣਦਾ। ਘਰ ਅਤੇ ਮਕਾਨ ਦੀ ਡੈਫੀਨੇਸ਼ਨ ਵੱਖਰੀ ਵੱਖਰੀ ਹੁੰਦੀ ਹੈ, ਸਾਧ ਸੰਗਤ ਧਿਆਨ ਦੇਣਾ। ਮਕਾਨ ਹੁੰਦਾ ਆ ਜਿਹਨੂੰ ਆਪਾਂ ਬਣਾਉਂਦੇ ਆ ਇੱਟਾਂ ਦੇ ਨਾਲ, ਸੁੰਦਰ ਬਾਥਰੂਮ, ਸਾਰਾ ਕੁਛ, ਰਸੋਈ ਬਣਾ ਕੇ ਸਾਰਾ ਕੁਝ ਬਣਾਉਂਦੇ ਆ, ਉਹਨੂੰ ਇੱਕ ਮਕਾਨ ਕਿਹਾ ਜਾਂਦਾ। ਪਰ ਜਦੋਂ ਉਹਦੇ ਵਿੱਚ ਮਨੁੱਖ ਵਸਦੇ ਆ, ਪਰਿਵਾਰ ਵਸਦਾ, ਫਿਰ ਉਹ ਘਰ ਬਣਦਾ, ਨਹੀਂ ਤੇ ਉਹ ਮਕਾਨ ਹੀ ਰਹਿੰਦਾ। ਇਸ ਕਰਕੇ ਮਹਾਰਾਜ ਕਹਿੰਦੇ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ। ਜਿਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਗ੍ਰਹਿ ਦੇ ਵਿੱਚ, ਘਰ ਦੇ ਵਿੱਚ ਸੁੱਖ ਵਸ ਰਿਹਾ, ਭਾਵ ਆਪਣੇ ਪਰਿਵਾਰ ਦੇ ਨਾਲ ਤੂੰ ਘਰ ਦੇ ਵਿੱਚ ਸੁਖੀ ਵਸਦਾ ਪਿਆ, ਜਿਹਦੀ ਕਿਰਪਾ ਦੇ ਨਾਲ, ਜਿਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਤੂੰ ਘਰ ਦੇ ਵਿੱਚ ਸੁਖੀ ਵਸਦਾ ਪਿਆ ਭਾਈ, ਉਹਨੂੰ ਆਠ ਪਹਿਰ ਸਿਮਰੋ ਤਿਸ ਰਸਨਾ। ਉਸ ਪਰਮੇਸ਼ਵਰ ਨੂੰ, ਉਸ ਅਕਾਲ ਪੁਰਖ ਨੂੰ ਰਸਨਾ ਦੇ ਨਾਲ ਸਿਮਰਨਾ ਕਰ, ਜਿਹਨੇ ਤੈਨੂੰ ਇੰਨਾ ਸੋਹਣਾ ਮਕਾਨ ਦਿੱਤਾ ਹੈ, ਤੇ ਫਿਰ ਉਸ ਮਕਾਨ ਦੇ ਵਿੱਚ ਸੋਹਣਾ ਪਰਿਵਾਰ ਦਿੱਤਾ ਹੈ, ਜਿਹਦੇ ਨਾਲ ਤੇਰਾ ਇੱਕ ਸੋਹਣਾ ਘਰ ਬਣਿਆ ਹੋਇਆ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ। ਉਸ ਪਰਮੇਸ਼ਰ ਨੂੰ ਸਿਮਰਨਾ ਕਰ।
ਅੱਠ ਪੈਰ ਹਰ ਵੇਲੇ ਉਹਨੂੰ ਯਾਦ ਕਰ ਭਾਈ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਪ੍ਰਸਾਦ, ਜਿਸ ਪਰਮੇਸ਼ਵਰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਰੰਗ ਰਸ ਭੋਗ, ਤਰ੍ਹਾਂ ਤਰ੍ਹਾਂ ਦੇ ਕੌਤਕ, ਤਰ੍ਹਾਂ ਤਰ੍ਹਾਂ ਦੇ ਪਦਾਰਥ ਭੋਗਦਾ ਪਿਆ, ਰੰਗ ਮਾਣਦਾ ਪਿਆ, ਰਸ ਭੋਗਦਾ ਪਿਆ, ਤਰ੍ਹਾਂ ਤਰ੍ਹਾਂ ਦੇ ਜਿਹੜੇ ਕਾਰਜ ਕਰਦਾ ਪਿਆ, ਜਿਹਦੀ ਕਿਰਪਾ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਰਸ ਸੰਸਾਰ ਦੇ ਭੋਗਦਾ ਰਿਹਾ ਪਿਆ। ਕੁਝ ਖਾਣਾ ਵੀ ਹੈ, ਕੁਝ ਮਨੋਰੰਜਨ ਕਰਦਾ ਪਿਆ, ਕਿਤੇ ਨੱਚਦਾ, ਕਿਤੇ ਖੇਡਦਾ, ਕਿੰਨੇ ਤਰ੍ਹਾਂ ਦੇ ਮਨੋਰੰਜਨ ਮਨੁੱਖ ਕਰਦਾ ਪਿਆ। ਮਹਾਰਾਜ ਕਹਿੰਦੇ ਇਹਦੇ ਵਿੱਚ ਸਾਰੇ ਮਨੋਰੰਜਨ ਆ ਜਾਂਦੇ ਆ, ਨੱਚਣਾ, ਕੁੱਦਣਾ, ਖਾਣਾ ਪੀਣਾ, ਤੇ ਅੱਖਾਂ ਦੇ ਨਾਲ ਜਿਹੜਾ ਆਪਾਂ ਦੇਖਦੇ ਹਾਂ ਹੋਰ ਰੰਗ ਤਮਾਸ਼ੇ, ਇਹ ਸਾਰੇ ਕੁਛ ਇਹਦੇ ਵਿੱਚ ਆ ਜਾਂਦਾ। ਮਹਾਰਾਜ ਕਹਿੰਦੇ ਜਿਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਇੰਨਾ ਕੁਛ ਤੂੰ ਵੇਖ ਰਿਹਾ ਹੈ, ਰੰਗ ਰਸ ਭੋਗ ਭੋਗ ਰਿਹਾ ਸਾਰੇ ਸੰਸਾਰ ਦੇ ਰੰਗ ਰਸ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਮਹਾਰਾਜ ਕਹਿੰਦੇ ਉਸ ਪਰਮੇਸ਼ਰ ਨੂੰ ਧਿਆਉਣਾ ਕਰ। ਧਿਆਵਨ ਜੋਗ ਹੈ ਜਿਹੜਾ ਹਰੀ, ਜਿਹੜਾ ਵਾਹਿਗੁਰੂ ਧਿਆਵਨ ਜੋਗ ਹੈ, ਉਹਨੂੰ ਧਿਆਉਣਾ ਕਰੀਏ, ਉਹਨੂੰ ਯਾਦ ਕਰਨਾ ਕਰੀਏ। ਦੇਖੋ ਜੇ ਪਰਮੇਸ਼ਰ ਨੇ ਅੱਖਾਂ ਹੀ ਨਾ ਦਿੱਤੀਆਂ ਹੁੰਦੀਆਂ ਤੇ ਫਿਰ ਮਨੁੱਖ ਕਿੱਥੋਂ ਕੋਈ ਰੰਗ ਦੇਖ ਸਕਦਾ, ਨਹੀਂ ਨਾ ਦੇਖ ਸਕਦਾ ਸੀ ਸੰਸਾਰ ਨੂੰ, ਫਿਰ ਕਿੱਥੋਂ ਉਹਨੇ ਭੋਗ ਲੈਣਾ ਸੀ। ਹੁਣ ਤੇ ਕਹਿੰਦਾ ਚਲੋ ਪਹਾੜਾਂ 'ਚ ਜਾਂਦੇ ਹਾਂ, ਜਾ ਕੇ ਕੁਦਰਤ ਦਾ ਆਨੰਦ ਲੈਂਦੇ ਹਾਂ, ਤੇ ਘੁੰਮਣ ਚਲਾ ਜਾਂਦਾ। ਪਰ ਜੇ ਮਨੁੱਖ ਨੂੰ ਹੱਥ ਪੈਰ ਹੀ ਨਾ ਦਿੱਤੇ ਹੁੰਦੇ ਤੇ ਫਿਰ ਮਨੁੱਖ ਜਾ ਸਕਦਾ, ਕਦੀ ਵੀ ਨਹੀਂ ਜਾ ਸਕਦਾ ਸੀ। ਕਹਿੰਦਾ ਉੱਥੇ ਜਾ ਕੇ ਆਨੰਦ ਲਵਾਂਗੇ। ਇਹ ਪਰਮੇਸ਼ਰ ਦੀ ਕਿਰਪਾ ਹੈ ਤੇ ਅਸੀਂ ਜਾਂਦੇ ਹਾਂ ਕਿਤੇ ਰੰਗ ਰਸ ਭੋਗ, ਉੱਥੇ ਜਾ ਕੇ ਆਨੰਦ ਲੈਂਦੇ ਹਾਂ, ਘੁੰਮਦੇ ਹਾਂ ਫਿਰਦੇ ਹਾਂ, ਜਿੱਥੇ ਵੀ ਜਾਂਦੇ ਹਾਂ, ਰਿਸ਼ਤੇਦਾਰੀਆਂ ਪਰਿਵਾਰਾਂ 'ਚ ਹਰ ਜਗ੍ਹਾ ਜਾਂਦੇ ਹਾਂ ਅਸੀਂ, ਤੇ ਉਹਦੀ ਕਿਰਪਾ ਦੇ ਨਾਲ ਹੀ ਸਾਰੇ ਰੰਗ ਰਸ ਭੋਗ ਰਹੇ ਹਾਂ। ਆਪਾਂ ਨੱਚਦੇ ਹਾਂ, ਖੇਡਦੇ ਹਾਂ, ਕੁੱਦਦੇ ਹਾਂ, ਕਈ ਕੁਝ ਕਰਦੇ ਹਾਂ ਅਸੀਂ ਸਾਰੇ ਦਿਨ ਦੇ ਵਿੱਚ। ਪਰ ਕਰਦੇ ਕਿਹਦੇ ਨਾਲ ਹੈ? ਜੇ ਪ੍ਰਸਾਦ, ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ। ਮਹਾਰਾਜ ਕਹਿੰਦੇ ਜਿਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਤੂੰ ਰੰਗ ਰਸ ਭੋਗ ਰਿਹਾ ਭਾਈ, ਨਾਨਕ ਸਦਾ ਧਿਆਈਐ, ਉਹਨੂੰ ਸਦਾ ਧਿਆ, ਉਹ ਪਰਮੇਸ਼ਰ ਧਿਆਉਣ ਯੋਗ ਹੈ। ਜੇ ਉਹਨੂੰ ਧਿਆਏਗਾ ਤੇ ਤੈਨੂੰ ਸਫਲਤਾ ਪ੍ਰਾਪਤ ਹੋਏਗੀ। ਅਗਲੇ ਪਦੇ 'ਚ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜੇ ਪ੍ਰਸਾਦ ਪਾਟ ਪਟੰਬਰ ਹੰਢਾਵਹਿ, ਤਿਸ ਹੈ ਤਿਆਗ ਕਤ ਅਵਰ ਲੁਭਾਵਹਿ। ਮਾਰੇ ਕਹਿੰਦੇ ਆ ਭਾਈ, ਜਿਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਪਾਟ ਦਾ ਅਰਥ ਕਰਾਂਗੇ ਕੱਪੜਾ, ਤੇ ਪਟੰਬਰ ਦਾ ਅਰਥ ਕਰਾਂਗੇ ਜਿਹੜਾ ਕੱਪੜਾ ਰੇਸ਼ਮ ਦਾ ਕੱਪੜਾ ਹੁੰਦਾ ਹੈ, ਜਿਹਨੂੰ ਪਟੰਬਰ ਜਿਹੜਾ ਰੇਸ਼ਮ ਦਾ ਕੱਪੜਾ ਹੁੰਦਾ, ਉੱਤੇ ਓੜ ਲਈਦਾ ਨਾ ਕੱਪੜਾ, ਉਸ ਕੱਪੜੇ ਦੀ ਗੱਲ ਹੈ। ਪਾਟ ਪਟੰਬਰ, ਜਿਹੜਾ ਕੱਪੜਾ ਤੂੰ ਪਹਿਨਿਆ ਹੋਇਆ ਹੈ, ਜਿਹੜਾ ਤੂੰ ਉੱਤੇ ਓੜਦਾ ਹੈ, ਜਾਂ ਜਿਹੜਾ ਰੇਸ਼ਮ ਦਾ ਕੱਪੜਾ ਹੈ, ਤੂੰ ਤਰ੍ਹਾਂ ਤਰ੍ਹਾਂ ਦੇ ਸੁੰਦਰ ਸੁੰਦਰ ਕੱਪੜੇ ਕਹਿ ਲਓ, ਤੂੰ ਮਨੁੱਖ ਜਿਸ ਦੀ ਕਿਰਪਾ ਦੇ ਨਾਲ ਪਹਿਨਦਾ ਹੰਡਾਉਂਦਾ ਹੈ, ਪਾਉਣਾ ਹੈ, ਤਿਸਹਿ ਤਿਆਗ ਕਤ ਅਵਰ ਲੁਭਾਵੈ। ਮਹਾਰਾਜ ਕਹਿੰਦੇ ਤਿਸਹਿ ਤਿਆਗ, ਉਸ ਪਰਮੇਸ਼ਰ ਨੂੰ ਤਿਆਗ ਛੱਡ ਕੇ ਉਹਦਾ ਸਿਮਰਨ ਕਿਸ ਵਾਸਤੇ ਹੋਰਨਾਂ ਪਦਾਰਥਾਂ ਵਿੱਚ ਲੁਭਾਇਮਾਨ ਹੁੰਦਾ ਰਹਿਣਾ। ਤਿਸਹਿ ਤਿਆਗ ਕਤ ਅਵਰ ਲੁਭਾਵੈ, ਕਤ ਕਤ ਕਿਉਂ, ਅਵਰ ਹੋਰ ਕਿਤੇ, ਲੁਭਾਵੈ ਹੋਰ ਕਿਸੇ ਪਾਸੇ ਕਿਉਂ ਜਾਣਾ ਹੈ, ਜਿਹਨੇ ਤੈਨੂੰ ਇੰਨੇ ਸੁੰਦਰ ਸੁੰਦਰ ਕੱਪੜੇ ਦਿੱਤੇ ਆ, ਰੋਜ਼ ਪਹਿਨਦਾ, ਕਈ ਤੇ ਇੱਕ ਦਿਨ 'ਚ 4-4 ਕੱਪੜੇ ਬਦਲਦੇ ਆ। ਪਰਮੇਸ਼ਰ ਦੇ ਵੱਲੋਂ ਇੰਨੀ ਇਹਨਾਂ ਤੇ ਬਖਸ਼ਿਸ਼ ਹੁੰਦੀ ਆ, ਤੇ ਫਿਰ ਮਨੁੱਖ ਪਰਮੇਸ਼ਰ ਨੂੰ ਭੁੱਲ ਜਾਵੇ, ਉਹਨੂੰ ਛੱਡ ਕੇ ਕਿਤੇ ਹੋਰ ਹੀ ਕੰਮਾਂ ਦੇ ਵਿੱਚ ਲੁਭਾਇਮਾਨ ਰਵੇ, ਤੇ ਫਿਰ ਮਨੁੱਖ ਦੇ ਲਿਬਾਸ ਤੇ ਮਾੜੀ ਗੱਲ ਆ। ਮਹਾਰਾਜ ਸਮਝਾਉਂਦੇ, ਸਤਿਗੁਰ ਕਹਿੰਦੇ ਜੇ ਪ੍ਰਸਾਦ ਪਾਟ ਪਟੰਬਰ ਹੰਢਾਵੇ, ਮਹਾਰਾਜ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਇੰਨੇ ਸੁੰਦਰ ਕੱਪੜੇ ਪਾਉਣਾ ਹੈ ਤੂੰ, ਰੇਸ਼ਮ ਦੇ ਸੋਹਣੇ ਸੋਹਣੇ ਬ੍ਰਾਂਡ ਚੰਗੇ ਚੰਗੇ ਪਾਉਣਾ ਹੈ, ਤੇ ਫਿਰ ਉਹਨੂੰ ਤਿਆਗ ਕੇ ਕਿਉਂ ਤੂੰ ਹੋਰ ਪਾਸੇ ਜਾਣਾ, ਕਿਉਂ ਮਾਇਆ ਦੇ ਵਿੱਚ ਲੁਭਾਇਮਾਨ ਹੁੰਨਾ ਭਾਈ। ਜੇ ਪ੍ਰਸਾਦ ਸੁਖ ਸੇਜ ਸੋਈਜੈ, ਮਨ ਆਟ ਪਹਿਰ ਤਾਕਾ ਜਸ ਗਾ ਬੀਜੈ। ਮਹਾਰਾਜ ਕਹਿੰਦੇ ਭਾਈ ਦੇਖ, ਜਿਹਦੀ ਕਿਰਪਾ ਦੇ ਨਾਲ ਤੂੰ ਸੁੱਖਾਂ ਦੀ ਸੇਜ ਦੇ ਉੱਤੇ ਸੌਣਾ ਹੈ, ਜਿਸ ਪਰਮੇਸ਼ਰ ਦੀ ਕਿਰਪਾ ਦੇ ਨਾਲ। ਜੇ ਪ੍ਰਸਾਦ ਸੁਖ ਸੇਜ ਸੋਈਜੈ, ਚੰਗੇ ਬੈੱਡ ਦੇ ਉੱਤੇ ਗੱਦੇ ਲੱਗੇ ਹੁੰਦੇ ਆ, ਉੱਤੇ ਤੂੰ ਚੜ੍ਹ ਕੇ ਸੌਣਾ ਹੈ, ਆਨੰਦ ਲੈਣਾ ਹੈ। ਆਠ ਪਹਿਰ ਤਾਕਾ ਜਸ ਗਾ ਬੀਜੈ, ਫਿਰ ਤੂੰ ਕਿਉਂ ਨਹੀਂ ਉਸ ਪਰਮੇਸ਼ਰ ਦਾ 8 ਪੈਰ ਜਸ ਗਾਉਂਦਾ, ਜਿਹਨੇ ਤੈਨੂੰ ਇੰਨਾ ਸੁੰਦਰ ਬੈੱਡ ਦਿੱਤਾ। ਸਾਧ ਸੰਗਤ, ਪਰਮੇਸ਼ਰ ਦੀ ਕਿਰਪਾ ਹੈ ਤੇ ਅਸੀਂ ਇੰਨੇ ਸੁੰਦਰ ਬੈੱਡਾਂ 'ਤੇ ਸੌਂ ਰਹੇ ਹਾਂ, ਇੰਨਾ ਕੁਝ ਸਾਨੂੰ ਪਰਮੇਸ਼ਰ ਨੇ ਦਿੱਤਾ। ਨਹੀਂ ਤੇ ਕਈਆਂ ਕੋਲ ਤੇ ਕੱਪੜੇ ਪਹਿਨਣ ਲਈ ਨਹੀਂ ਹੁੰਦੇ, ਕਈਆਂ ਦੇ ਕੋਲ ਤੇ ਬੈੱਡ ਤੇ ਕੀ, ਉਹ ਵਿਚਾਰੇ ਕੋ ਘਰ ਵੀ ਨਹੀਂ ਹੁੰਦਾ, ਸੜਕਾਂ ਦੇ ਉੱਤੇ ਪਏ ਰਹਿੰਦੇ ਆ। ਕਿਤੇ ਉਹਨਾਂ ਵੱਲ ਦੇਖੀਏ ਤੇ ਸਾਨੂੰ ਪਰਮੇਸ਼ਰ ਯਾਦ ਆਵੇ, ਪਰ ਉਧਰ ਦੇਖਦੇ ਨਹੀਂ ਨਾ ਅਸੀਂ। ਜੇ ਪ੍ਰਸਾਦ ਸੁਖ ਸੇਜ ਸੋਈਜੈ, ਮਨ ਆਠ ਪੈਰ ਤਾਂ ਕਾ ਜਸ ਗਾ ਬੀਜੈ। ਮਹਾਰਾਜ ਕਹਿੰਦੇ ਫਿਰ ਕਿਉਂ ਉਸ ਪਰਮੇਸ਼ਰ ਦਾ ਜਸ ਤੂੰ ਗਾਉਂਦਾ ਕਿਉਂ,
एक बड़ी सुंदर जिहड़ी है गाथा याद आ गई, मैं सुना देवां। कहते कि एक राजा सी ते वो राजे दे बड़ा सुंदर सेज सी, ਉਹਦੀ ਬੈੱਡ बड़ा सोहना सी ਤੇ ਉਹਨੂੰ ਰੋਜ਼ ਇੱਕ ਮਾਲਣ ਜਿਹੜੀ ਸੀ ਨਾ ਫੁੱਲ ਤੋੜ ਕੇ ਸੋਹਣੇ ਸੋਹਣੇ ਨੌਕਰਾਣੀ ਤੇ ਉਹ ਉਸ ਬੈੱਡ ਨੂੰ ਸਜਾਉਂਦੀ ਹੁੰਦੀ ਸੀ। ਉਹ ਬੜਾ ਗੱਦੇਦਾਰ ਬੈੱਡ ਸੀ, ਉੱਤੇ ਸੌਂਦਾ ਹੁੰਦਾ ਸੀ ਰਾਜਾ। ਤੇ ਇੱਕ ਦਿਨ ਕੀ ਹੋਇਆ ਕਿ ਉਹ ਜਿਹੜੀ ਸੀ ਸਜਾਉਣ ਵਾਲੀ ਜਿਹੜੀ ਮਾਲਣ ਸੀ ਨੌਕਰਾਣੀ ਚੰਗੇ ਚੰਗੇ ਫੁੱਲ ਬਾਗ 'ਚੋਂ ਤੋੜ ਕੇ ਲਿਆਈ ਤੇ ਲਿਆ ਕੇ ਤੇ ਉਹਨੇ ਉਸ ਬੈੱਡ ਤੇ ਖਿਲਾਰ ਦਿੱਤੇ। ਜਦੋਂ ਖਿਲਾਰਦੀ ਪਈ ਆ ਤੇ ਇੱਕਦਮ ਥੱਕੀ ਹੋਈ ਸੀ ਤੇ ਉਹਦੀ ਅੱਖ ਲੱਗ ਗਈ ਬੈੱਡ ਤੇ, ਉੱਥੇ ਹੀ ਸੌਂ ਗਈ। ਸੁੱਤੀ ਰਹੀ। ਰਾਜਾ ਆਇਆ, ਰਾਜੇ ਨੇ ਵੇਖਿਆ ਨੌਕਰਾਣੀ ਹੋ ਕੇ ਮੇਰੇ ਬੈੱਡ ਤੇ ਸੁੱਤੀ ਹੈ। ਉਹਨੇ ਚਾਬੁਕ ਕੱਢਿਆ, ਚਾਬੁਕ ਹੁੰਦਾ ਹੈ ਜਿਹੜਾ ਜਿਹਨੂੰ ਹੰਟਰ ਕਹਿ ਦਿੰਦੇ ਆ, ਉਹ ਕੱਢਿਆ ਚਾਬੁਕ ਤੇ ਉਹਦੇ ਮਾਰਿਆ ਤੇ ਉੱਠੀ ਇੱਕਦਮ। ਉੱਠੀ ਤੇ ਦੋ ਚਾਰ ਉਹਨੇ ਹੋਰ ਮਾਰ ਦਿੱਤੇ। ਜਦੋਂ ਮਾਰੇ ਤੇ ਨਾਲੇ ਉਹ ਮਾਲਣ ਜਿਹੜੀ ਸੀ ਨੌਕਰਾਣੀ ਹੱਸੀ ਜਾਵੇ ਤੇ ਨਾਲੇ ਰੋਈ ਜਾਵੇ, ਵਿੱਚੋਂ ਵਿੱਚੋਂ ਹੱਸਣ ਲੱਗ ਪਵੇ ਤੇ ਵਿੱਚੋਂ ਵਿੱਚ ਰੋਣ ਲੱਗ ਪਵੇ। ਤੇ ਉਹ ਰਾਜੇ ਨੇ ਪੁੱਛਿਆ ਕਿ ਭਾਈ ਤੈਨੂੰ ਮਾਰ ਪੈਂਦੀ, ਚੱਲ ਰੋਣਾ ਤੇ ਤੇਰਾ ਮੈਂ ਮੰਨਿਆ ਵੀ ਤੂੰ ਰੋਨੀ ਆ, ਪਰ ਤੂੰ ਹੱਸਦੀ ਕਾਹਤੋਂ ਪਈ ਆ ਇਹ ਦੱਸ। ਉਹ ਕਹਿੰਦੀ ਰਾਜਾ ਮੈਂ ਰੋਨੀ ਤਾਂ ਪਈ ਆ ਕਿ ਤੂੰ ਮੇਰੇ ਜਿਹੜੇ ਚਾਬੁਕ ਮਾਰੇ ਮੈਂ ਤਾਂ ਰੋਨੀ ਆ। ਤੇ ਕਹਿੰਦਾ ਫਿਰ ਹੱਸਦੀ ਕਿਉਂ ਪਈ ਆ? ਤੇ ਨੌਕਰਾਣੀ ਕਹਿੰਦੀ ਹੱਸਦੀ ਮੈਂ ਤਾਂ ਪਈ ਆ ਕਿ ਮੈਂ ਇੱਕ ਦਿਨ ਇਸ ਬੈੱਡ ਤੇ ਸੁੱਤੀ ਆ ਤੇ ਤੂੰ ਮੈਨੂੰ ਆ ਚਾਬੁਕ ਦੇ ਨਾਲ ਮਾਰਿਆ। ਤੂੰ ਤੇ ਰੋਜ਼ ਇਸ ਬੈੱਡ ਤੇ ਸੌਂਦਾ ਆ ਪਰਮੇਸ਼ਰ ਨੂੰ ਭੁੱਲ ਕੇ, ਤੇ ਤੇਰਾ ਕੀ ਹਾਲ ਪਰਮੇਸ਼ਰ ਕਰੂਗਾ? ਇਹ ਕਿ ਤੇਰਾ ਕੀ ਹਾਲ ਹੋਵੇਗਾ ਉਸ ਦਰਗਾਹ ਦੇ ਵਿੱਚ ਜਿਹਨੂੰ ਤੂੰ ਛੱਡ ਕੇ ਇਸ ਸੋਹਣੀ ਸੇਜ ਤੇ ਸੁੱਤਾ ਰਹਿਣਾ ਹਰ ਵੇਲੇ, ਤੇ ਤੇਰਾ ਕੀ ਹਾਲ ਜਮ ਕਰਨਗੇ। ਇਸ ਕਰਕੇ ਪਰਮੇਸ਼ਰ ਨੂੰ ਜਿਹੜਾ ਨਹੀਂ ਸਿਮਰਦਾ, ਜੇ ਪ੍ਰਸਾਦ ਸੁਖ ਸੇਜ ਸੋਈਜੈ ਮਨ 8 ਪੈਰ ਤਾਂ ਕਾ ਜਸ ਗਾਵੀਜੈ। ਮਹਾਰਾਜ ਕਹਿੰਦੇ 8 ਪੈਰ ਉਹਦਾ ਜਸ ਗਾਉਣਾ ਕਰ ਜਿਹਨੇ ਤੈਨੂੰ ਇੰਨੀ ਸੋਹਣੀ ਸੇਜ ਦਿੱਤੀ ਹੈ, ਜਿਹਨੇ ਤੈਨੂੰ ਇੰਨਾ ਸੋਹਣਾ ਬੈੱਡ ਦਿੱਤਾ ਜਿੱਥੇ ਤੂੰ ਚੜ੍ਹ ਕੇ ਸੌਂ ਜਾਂਦਾ ਹੈ। ਤੇ ਇਹ ਨਾ ਹੋਵੇ ਕਿ ਤੂੰ ਸੁੱਤਾ ਹੀ ਰਵੇਂ ਦਿਨ ਰਾਤ। 8 ਪੈਰ ਉਹਦਾ ਜਸ ਵੀ ਗਾ ਜਿਹਨੇ ਤੈਨੂੰ ਇੰਨਾ ਸੋਹਣਾ ਬੈੱਡ ਦਿੱਤਾ। ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ। ਮਾਰੇ ਕਹਿੰਦੇ ਆ ਜਿਸ ਦੀ ਕਿਰਪਾ ਦੇ ਨਾਲ ਤੁਝ ਸਭ ਕੋ ਮਾਨੈ, ਤੈਨੂੰ ਸਾਰੇ ਜਾਣੇ ਮੰਨਦੇ ਆ, ਸਾਰੇ ਤੇਰਾ ਮਾਣ ਸਤਿਕਾਰ ਕਰਦੇ ਆ। ਜਿੱਥੇ ਵੀ ਜਾਣਾ 4 ਬੰਦਿਆਂ ਦੇ ਵਿੱਚ ਖੜਦਾ ਤੇਰਾ ਮਾਣ ਸਤਿਕਾਰ ਹੁੰਦਾ ਹੈ। ਜਿੱਥੇ ਜਾਣਾ ਰਿਸ਼ਤੇਦਾਰੀਆਂ 'ਚ ਜਾਂਦਾ ਸਾਰੇ ਤੈਨੂੰ ਸਲਾਮਾਂ ਕਰਦੇ ਆ, ਕਹਿੰਦੇ ਕਿ ਬੜਾ ਭਲਾ ਬੰਦਾ ਹੈ, ਬੜਾ ਚੰਗਾ ਬੰਦਾ ਹੈ, ਚੰਗੇ ਪੈਸੇ ਵਾਲਾ ਹੈ, ਬੜਾ ਤੇਰਾ ਰੁਤਬਾ ਹੋਵੇ, ਤੈਨੂੰ ਸਾਰੇ ਸਲਾਮਾਂ ਕਰਦੇ ਆ ਜਿਹਦੀ ਕਿਰਪਾ ਦੇ ਨਾਲ ਹੀ। ਵੀ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਲਾਮਾਂ ਹੁੰਦੀਆਂ ਨੇ, ਤੇ ਹਰ ਕਿਸੇ ਨੂੰ ਨਹੀਂ ਹੁੰਦੀਆਂ। ਮਾਰੇ ਕਹਿੰਦੇ ਤੈਨੂੰ ਭਾਈ ਮਨੁੱਖਾ ਜੇ ਕਿਸੇ ਪਾਸੇ ਉਹਦੀ ਕਿਰਪਾ ਦੇ ਨਾਲ ਸਲਾਮਾਂ ਹੁੰਦੀਆਂ ਹੈ, ਤੇਰਾ ਲੋਕੀ ਮਾਣ ਸਤਿਕਾਰ ਕਰਦੇ, ਮੁਖ ਤਾਂ ਕੋ ਜਸ ਰਸਨ ਬਖਾਨਾ। ਫਿਰ ਉਸ ਪਰਮੇਸ਼ਰ ਦਾ ਜਿਹੜਾ ਜਸ ਆ ਨਾ ਉਹਨੂੰ ਰਸਨਾ ਦੇ ਨਾਲ ਗਾਉਣਾ ਕਰ। ਮਨ ਆ ਵਾਹਿਗੁਰੂ ਮੁਖ ਤਾਂ ਕੋ, ਆਪਣੇ ਮੁਖ ਤੋਂ, ਆਪਣੀ ਜੀਭਾ ਤੋਂ, ਰਸਨਾ ਤੋਂ, ਮੁਖ ਤਾਂ ਕੋ ਜਸ ਰਸਨ ਬਖਾਨਾ। ਬਖਿਆਨ ਉਹਦਾ ਕਰ, ਉਹਨੂੰ ਯਾਦ ਕਰ, ਉਹਨੂੰ ਸਿਮਰ ਉਸ ਪਰਮੇਸ਼ਰ ਨੂੰ, ਉਸ ਹਰੀ ਨੂੰ ਸਿਮਰ ਜਿਹਨੇ ਤੇਰਾ ਮਾਣ ਸਤਿਕਾਰ ਜਨਤਾ ਦੇ ਵਿੱਚ ਦੁਨੀਆ ਦੇ ਵਿੱਚ ਵਧਾਇਆ ਹੋਇਆ। ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਮਾਰੇ ਕਹਿੰਦੇ ਭਾਈ ਜਿਸ ਦੀ ਕਿਰਪਾ ਦੇ ਨਾਲ ਤੇਰੋ ਰਹਿਤਾ ਧਰਮ, ਤੈਨੂੰ ਉਸ ਪਰਮੇਸ਼ਰ ਨੇ ਤੇਰਾ ਜਿਹੜਾ ਧਰਮ ਹੈ ਨਿਜਮ ਰਹਿਤਾ, ਤੇਰਾ ਧਰਮ ਰਹਿ ਜਾਂਦਾ ਜਿਹਦੀ ਕਿਰਪਾ ਦੇ ਨਾਲ, ਤੇਰੇ ਨਿਯਮ ਬਚੇ ਰਹਿੰਦੇ ਆ ਜਿਹਦੀ ਕਿਰਪਾ ਦੇ ਨਾਲ ਤੂੰ ਸਾਰਾ ਕੁਛ ਨਿਯਮ ਦੇ ਵਿੱਚ ਕਰਦਾ ਹੈ। ਭਾਵ ਤੂੰ ਆਪਣੇ ਪਰਿਵਾਰ ਨੂੰ ਵੀ ਪਾਲ ਰਿਹਾ ਜਿਹਦੀ ਕਿਰਪਾ ਦੇ ਨਾਲ, ਉਹਨਾਂ ਦੇ ਪ੍ਰਤੀ ਆਪਣੇ ਕਰਤੱਵ ਨਿਭਾ ਰਿਹਾ, ਆਪਣੇ ਰਿਸ਼ਤੇਦਾਰਾਂ ਪ੍ਰਤੀ ਕਰਤੱਵ ਨਿਭਾ ਰਿਹਾ, ਆਪਣੇ ਸੰਸਾਰ ਦੇ ਪ੍ਰਤੀ ਕਰਤੱਵ ਨਿਭਾ ਰਿਹਾ, ਆਪਣੀ ਫੈਕਟਰੀ ਦੇ ਵਿੱਚ ਆਪਣੇ ਵਰਕਰਾਂ ਦੇ ਪ੍ਰਤੀ ਤੂੰ ਕਰਤੱਵ ਨਿਭਾ ਰਿਹਾ। ਮਾਰੇ ਕਹਿੰਦੇ ਉਹਨਾਂ ਦੇ ਪ੍ਰਤੀ ਜਿਹੜਾ ਧਰਮ, ਜਿਹੜੀ ਰਹਿਤ, ਜਿਹੜਾ ਨਿਯਮ ਨਿਭਾ ਰਿਹਾ ਹੈ, ਇਹ ਵੀ ਉਹਦੀ ਕਿਰਪਾ ਦੇ ਨਾਲ ਹੀ ਤੂੰ ਨਿਭਾ ਰਿਹਾ। ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਜਿਹਦੇ ਨਾਲ ਤੇਰਾ ਧਰਮ ਰਹਿ ਰਿਹਾ, ਜਿਹਦੇ ਨਾਲ ਤੇਰੀ ਜਿਹੜੀ ਆ ਹਰ ਥਾਂ ਦੇ ਉੱਤੇ ਤੂੰ ਸਿਸਟਮ ਦੇ ਵਿੱਚ ਚੱਲ ਰਿਹਾ, ਹਰ ਜਗ੍ਹਾ ਦੇ ਉੱਤੇ ਤੇਰਾ ਆਪਣਾ ਇੱਕ ਅਹੁਦਾ ਹੈ, ਹਰ ਥਾਂ ਦੇ ਉੱਤੇ ਤੇਰਾ ਆਪਣਾ ਇੱਕ ਰੁਤਬਾ ਹੈ। ਤੂੰ ਭੈਣ ਵਾਸਤੇ ਭਰਾ ਆ, ਤੂੰ ਪਤਨੀ ਵਾਸਤੇ ਪਤੀ ਆ, ਤੂੰ ਆਪਣੇ ਮਾਂ ਪਿਓ ਵਾਸਤੇ ਪੁੱਤਰ ਆ। ਇਹ ਤੇਰਾ ਧਰਮ ਜਿਹੜਾ ਹੈ ਤੂੰ ਹਰ ਜਗ੍ਹਾ ਦੇ ਉੱਤੇ ਸਹੀ ਨਿਭਾ ਰਿਹਾ, ਇਹ ਵੀ ਉਹਦੀ ਕਿਰਪਾ ਦੇ ਨਾਲ ਨਿਭਾ ਰਿਹਾ। ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਹੇ ਮੇਰਿਆ ਮਨਾ ਫਿਰ ਉਸ ਪਰਮੇਸ਼ਰ ਨੂੰ ਧਿਆਗ, ਮਨ ਸਦਾ ਧਿਆਏ ਕੇਵਲ, ਸਿਰਫ ਤੇ ਸਿਰਫ ਉਸ ਪਾਰ ਬ੍ਰਹਮ ਪਰਮੇਸ਼ਰ ਨੂੰ ਧਿਆ ਸਦਾ।
प्रभ जी जपत दरगाह मान पावहे। ਪ੍ਰਭ ਜੀ ਜਪਤ, ਪ੍ਰਭੂ ਨੂੰ ਪਰਮੇਸ਼ਰ ਨੂੰ ਜਪਣ ਦੇ ਨਾਲ ਦਰਗਾਹ ਦੇ ਵਿੱਚ ਭਾਈ ਮਾਣ ਸਤਿਕਾਰ ਹੁੰਦਾ ਹੈ। ਇਹ ਸੰਸਾਰ ਤੇ ਮਾਣ ਸਤਿਕਾਰ ਹੁੰਦਾ ਹੈ ਤੇ ਦਰਗਾਹ ਦੇ ਵਿੱਚ ਵੀ ਤੇਰਾ ਮਾਣ ਸਤਿਕਾਰ ਵਧੇਗਾ ਜੇ ਪਰਮੇਸ਼ਰ ਨੂੰ ਸਿਮਰੇਗਾ। ਪ੍ਰਭ ਜੀ ਜਪਤ ਦਰਗਾਹ ਮਾਨ ਪਾਵੇ, ਨਾਨਕ ਪਤ ਸੇਤੀ ਕਰ ਜਾਵੇ। ਮਹਾਰਾਜ ਕਹਿੰਦੇ ਨਾਨਕ ਪਤ ਸੇਤੀ ਕਰ ਜਾਵੇ, ਕਿ ਛੇਤੀ ਇੱਜ਼ਤ ਛੇਤੀ ਨਾਲ ਭਾਵ ਸਰੂਪ ਰੂਪੀ ਘਰ ਦੇ ਵਿੱਚ ਜਾਵੇਂਗਾ, ਭਾਵ ਸੱਚਖੰਡ ਦੇ ਵਿੱਚ ਜਾਵੇਂਗਾ। ਜੇ ਉਸ ਪਰਮੇਸ਼ਰ ਨੂੰ ਸਿਮਰੇਗਾ ਦਰਗਾਹ ਦੇ ਵਿੱਚ ਮਾਣ ਮਿਲੇਗਾ। ਨਾਨਕ ਪਤ, ਪਤ ਦੇ ਨਾਲ ਇੱਜ਼ਤ ਦੇ ਨਾਲ ਛੇਤੀ ਘਰ ਜਾਵੇ। ਤੂੰ ਉਸ ਸੱਚਖੰਡ ਦਰਬਾਰ ਦੇ ਵਿੱਚ ਜਾ ਕੇ ਇੱਜ਼ਤ ਮਾਣ ਪਾਵੇਂਗਾ ਜੇ ਤੂੰ ਉਸ ਪਰਮੇਸ਼ਰ ਨੂੰ ਇੱਥੇ ਸਿਮਰੇਗਾ। ਜੇ ਪ੍ਰਸਾਦ ਆਰੋਗ ਕੰਚਨ ਦੇਹੀ। ਮਹਾਰਾਜ ਕਹਿੰਦੇ ਭਾਈ ਜੇ ਤੈਨੂੰ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਅਰੋਗ ਕੰਚਨ ਸੋਨੇ ਵਰਗੀ ਦੇਹੀ ਮਿਲੀ ਆ, ਬੜੀ ਅਰੋਗ ਦੇਹੀ ਮਿਲੀ ਹੈ ਤੈਨੂੰ, ਜੇ ਘਰ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ। ਨਹੀਂ ਤੇ ਕਈ ਵੇਖ ਲਾ ਰੋਗਾਂ ਦੇ ਵਿੱਚ ਤੜਫਦੇ ਰਹਿੰਦੇ ਭਾਈ। ਜੇ ਤੈਨੂੰ ਅਰੋਗ ਦੇਹੀ ਮਿਲੀ ਆ ਕੰਚਨਾ ਵਰਗੀ ਸੋਨੇ ਵਰਗੀ, ਤੇ ਫਿਰ ਲਿਵ ਲਾਵੋ ਤਿਸ ਰਾਮ ਸਨੇਹੀ, ਫਿਰ ਉਸ ਪਰਮੇਸ਼ਰ ਦੇ ਨਾਲ ਲਿਵ ਲਾਉਣੀ ਕਰ। ਹੁਣ ਸਤਿਗੁਰਾਂ ਨੇ ਦੇਖੋ ਕਿੰਨੀ ਕਿਰਪਾ ਕੀਤੀ। ਕਈ ਕਹਿੰਦੇ ਜੀ ਸਾਡੇ ਕੋਲ ਧਨ ਪਦਾਰਥ, ਸਾਡੇ ਕੋਲ ਸੇਜਾ ਹੀ ਨਹੀਂ ਹੈਗੀ। ਤੇ ਹੁਣ ਮਹਾਰਾਜ ਕਹਿੰਦੇ ਜੇ ਤੇਰੇ ਕੋਲ ਸੇਜਾ ਨਹੀਂ, ਧਨ ਪਦਾਰਥ ਨਹੀਂ ਹੈਗਾ, ਤੇਰੇ ਕੋਲ ਦੇਹੀ ਤੇ ਹੈਗੀ ਨਾ ਰੋਗ, ਤੇ ਕੰਚਨ ਵਰਗੀ ਸੋਨੇ ਵਰਗੀ ਦੇਹ ਤੇ ਹੈਗੀ ਆ ਨਾ। ਜੇ ਤੇਰੇ ਕੋਲ ਧਨ ਪਦਾਰਥ ਨਹੀਂ ਹੈਗਾ ਤੇ ਦੇਹ ਤੇ ਹੈਗੀ, ਫਿਰ ਵੀ ਉਹਨੂੰ ਸਿਮਰ ਤੇ ਸਹੀ। ਲਿਵ ਲਾਵੋ ਤਿਸ ਰਾਮ ਸਨੇਹੀ, ਉਸ ਪਰਮੇਸ਼ਰ ਦੇ ਨਾਲ, ਉਸ ਪਿਆਰੇ ਦੇ ਨਾਲ ਆਪਣੀ ਲਿਵ, ਆਪਣੀ ਬਿਰਤੀ ਲਾਉਣਾ ਕਰ, ਉਹਦੇ ਨਾਲ ਸਨੇਹੀ ਪਿਆਰੇ ਦੇ ਨਾਲ। ਲਿਵ ਲਾਵੋ ਤਿਸ ਰਾਮ ਸਨੇਹੀ, ਰਾਮ ਸਨੇਹੀ ਭਾਵ ਜਿਹੜਾ ਪਿਆਰਾ ਸਨੇਹ ਵਾਲਾ ਰਮਿਆ ਹੋਇਆ ਪਰਮੇਸ਼ਰ ਰਾਮ ਹੈ। ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵਹਿ, ਹਰ ਹਰ ਜਸ ਕਹਿਤ। ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਭਾਈ ਜਿਹਦੀ ਕਿਰਪਾ ਦੇ ਨਾਲ, ਜਿਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਤੇਰਾ ਓਲਾ ਰਹਿਤ, ਤੇਰਾ ਓਲਾ ਰਹਿ ਜਾਂਦਾ ਹੈ। ਓਲਾ ਕਿਹੜੀਆਂ ਗੱਲਾਂ ਤੋਂ ਰਹਿ ਜਾਂਦਾ ਹੈ? ਤੂੰ ਕਈ ਕੁਝ ਕਰਦਾ ਹੈ ਆਪਣੇ ਪਰਿਵਾਰ ਤੋਂ ਬਚ ਕੇ। ਕੁਝ ਗੱਲਾਂ ਤੇਰੇ ਪਰਿਵਾਰ ਨੂੰ ਵੀ ਨਹੀਂ ਤੇਰੇ ਬਾਰੇ ਪਤਾ ਹੁੰਦੀਆਂ, ਤੇਰਿਆਂ ਦੋਸਤਾਂ ਮਿੱਤਰਾਂ ਨੂੰ ਵੀ ਨਹੀਂ ਪਤਾ ਹੁੰਦੀਆਂ, ਜਿਹੜੀਆਂ ਤੈਨੂੰ ਇਕੱਲੇ ਨੂੰ ਪਤਾ ਹੁੰਦੀਆਂ। ਮਾਰੇ ਕਹਿੰਦੇ ਉਹ ਤੂੰ ਕਈ ਔਗਣ ਐਸੇ ਕਮਾਏ ਹੁੰਦੇ ਆ, ਤੇ ਉਹ ਪਰਮੇਸ਼ਰ ਤੇਰਾ ਓਲਾ ਟੱਕ ਰੱਖ ਲੈਂਦਾ ਉਹਨਾਂ ਗਲਤੀਆਂ ਵਿੱਚ ਵੀ। ਜੇ ਪ੍ਰਸਾਦ ਤੇਰਾ ਓਲਾ ਰਹਿ ਤੇ ਤੇਰਾ ਓਲਾ ਪਰਮੇਸ਼ਰ ਰੱਖਦਾ ਹੈ। ਮਨ ਸੁਖ ਪਾਵੇ ਹਰ ਹਰ ਜਸ ਜਸ ਕਹਿਤ। ਕਹਿੰਦੇ ਆ ਕਿ ਮਨ ਫਿਰ ਸੁਖ ਪਾਉਂਦਾ ਹੈ ਜੇ ਹਰੀ ਦਾ ਜਸ ਕਹੀਏ, ਜੇ ਹਰੀ ਦਾ ਜਸ ਗਾਈਏ। ਜਿਸ ਪਰਮੇਸ਼ਰ ਨੇ ਤੇਰਾ ਓਲਾ ਰੱਖਿਆ ਹੈ ਨਾ, ਤੇ ਉਸ ਦਾ ਜਸ ਗਾ, ਉਸ ਹਰੀ ਦਾ, ਪਰਮੇਸ਼ਰ ਦਾ, ਤਾਂ ਕਿ ਤੇਰੇ ਮਨ 'ਚ ਸੁੱਖ ਆ ਜੇ ਤੇ ਤੂੰ ਜਿਹੜੀਆਂ ਗਲਤੀਆਂ ਕੀਤੀਆਂ ਉਹ ਭੁੱਲ ਜਾਵੇ। ਉਹ ਗਲਤੀਆਂ ਤੇਰੀਆਂ ਪਰਮੇਸ਼ਰ ਨਹੀਂ ਚਿਤਾਰੇਗਾ, ਮਨ ਸੁਖੀ ਹੋ ਜਾਵੇਗਾ। ਕਈ ਵਾਰੀ ਮਨੁੱਖ ਕਰ ਲੈਂਦਾ ਨਾ ਐਸਾ ਕਰਮ ਕਰ ਲੈਂਦਾ ਕਿ ਉਹਦਾ ਬਾਅਦ 'ਚ ਮਨ ਹੀ ਨਹੀਂ ਟਿਕਦਾ। ਮਨ ਹੀ ਫਿਰ ਉਸ ਗਲਤੀ ਨੂੰ ਵਾਰ-ਵਾਰ ਦੁਹਰਾਉਂਦਾ ਰਹਿੰਦਾ, ਅੰਦਰ ਹੀ ਵਾਰ-ਵਾਰ ਸੋਚ ਕੇ ਆਪ ਹੀ ਝੁਰੀ ਜਾਂਦਾ ਰਹਿੰਦਾ। ਨਾ ਕਿਸੇ ਨੂੰ ਦੱਸਣ ਵਾਲਾ ਹੁੰਦਾ, ਨਾ ਹੀ ਕਿਸੇ ਨੂੰ ਦੱਸ ਸਕਦਾ ਹੁੰਦਾ, ਤੇ ਅੰਦਰੋਂ ਅੰਦਰ ਹੀ ਬੰਦਾ ਜਿਹੜਾ ਘੁੱਟਿਆ ਜਿਹਾ ਰਹਿੰਦਾ। ਤੇ ਸਤਿਗੁਰ ਕਹਿੰਦੇ ਭਾਈ ਉਸ ਪਰਮੇਸ਼ਰ ਨੂੰ ਸਿਮਰ ਤੇ ਫਿਰ ਤੇਰਾ ਮਨ ਸੁਖ ਪਾਵੇ, ਫਿਰ ਤੇਰਾ ਮਨ ਵੀ ਸੁਖੀ ਹੋ ਜਾਏਗਾ। ਜਿਹਨੇ ਤੇਰਾ ਓਲਾ ਰੱਖਿਆ ਉਹ ਤੇਰੀ ਰੱਖਿਆ ਵੀ ਕਰੇਗਾ। ਜੇ ਪ੍ਰਸਾਦ ਤੇਰੇ ਸਗਲ ਛਿੱਤਰ ਢਾਕੇ, ਸਗਲ ਛਿੱਤਰ ਢਾਕੇ, ਛਿੱਤਰ ਦਾ ਅਰਥ ਹੁੰਦਾ ਹੈ ਸਾਧ ਸੰਗਤ ਗੁਨਾਹ। ਕਈ ਤਰ੍ਹਾਂ ਦੇ ਗੁਨਾਹ ਮਨੁੱਖ ਕਰਦਾ ਹੈ ਤੇ ਪਰਮੇਸ਼ਰ ਉਹਨਾਂ ਦੇ ਉੱਤੇ ਪਰਦਾ ਪਾ ਦਿੰਦਾ। ਉਹ ਨਹੀਂ ਕਿਸੇ ਦੇ ਸਾਹਮਣੇ ਕਿਸੇ ਨੂੰ ਬਿਆਨ ਕਰਦਾ। ਕਿਸੇ ਮਨੁੱਖ ਦੇ ਅੱਗੇ ਕੋਈ ਦੂਸਰਾ ਮਨੁੱਖ ਗਲਤੀ ਕਰਦੇ ਨਾ, ਹੁੰਦਾ ਹੀ ਹੈ ਨਾ ਆਮ ਹੀ ਸੰਸਾਰ ਦੇ ਵਿੱਚ, ਸੰਸਾਰ ਦੀ ਰੀਤ ਆ। ਕਿਸੇ ਦੇ ਔਗਣ ਸਭ ਤੋਂ ਵੱਧ ਜਿਹੜੇ ਆ ਉਹ ਫੈਲਾਏ ਜਾਂਦੇ ਆ, ਕਿਸੇ ਦੇ ਗੁਣਾਂ ਦੀ ਧਾਕ ਜਿਹੜੀ ਉਹ ਘੱਟ ਪਾਈ ਜਾਂਦੀ ਹੈ। ਕਿਸੇ ਦੇ ਵਿੱਚ ਗੁਣ ਹੋਵੇ ਨਾ ਕੋਈ, ਉਹ ਨਹੀਂ ਕਿਸੇ ਨੂੰ ਦੱਸਦਾ ਕੋਈ ਵੀ ਮਨੁੱਖ। ਪਰ ਜੇ ਕੋਈ ਨਿੱਕੀ ਜਿਹੀ ਗਲਤੀ ਕਰ ਦੇਵੇ ਤੇ ਉਹਦੀ ਗਲਤੀ ਨੂੰ ਲੋਕੀ 10 ਤੋਂ ਵੀ 1000 ਦੇ ਵਿੱਚ ਜਾ ਕੇ ਦੱਸਦੇ ਕਿ ਭਾਈ ਫਲਾਣੇ ਬੰਦੇ ਨੇ ਆਹ ਗਲਤੀ ਕੀਤੀ ਆ। ਆਪਣੇ ਆਪ 'ਚ ਬੜਾ ਬਣਿਆ ਫਿਰਦਾ ਸੀ, ਅੱਜ ਉਹਨੇ ਆਹ ਕੰਮ ਕੀਤਾ। ਤੇ ਪਰ ਮਨੁੱਖ ਨਹੀਂ ਗਲਤੀ ਕਿਸੇ ਦੀ ਢੱਕ ਸਕਦਾ, ਮਨੁੱਖ ਨਹੀਂ ਕਿਸੇ ਦੇ ਔਗਣ ਤੋਂ ਢੱਕ ਸਕਦਾ, ਪਰ ਪਰਮੇਸ਼ਰ ਢੱਕਦਾ। ਜੇ ਪ੍ਰਸਾਦ ਤੇਰੇ ਸਗਲ ਛਿੱਤਰ ਢਾਕੇ, ਪਰਮੇਸ਼ਰ ਤੇਰੇ ਸਾਰੇ ਔਗਣ, ਸਾਰੇ ਵਿਕਾਰ ਢੱਕ ਕੇ ਰੱਖਦਾ ਹੈ ਕਿ ਕਿਤੇ ਤੇਰੇ ਔਗਣ, ਤੇਰੇ ਵਿਕਾਰ ਸਾਹਮਣੇ ਪ੍ਰਗਟ ਨਾ ਹੋ ਜਾਣ। ਤੇ ਮਹਾਰਾਜ ਕਹਿੰਦੇ ਆ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੇ। ਮਨ ਸਰਨੀ, ਮਨ ਆਪਣੇ ਨੂੰ ਸ਼ਰਨ ਦੇ ਵਿੱਚ ਪਾ ਦੇ ਉਹਦੇ ਪਰ ਠਾਕੁਰ ਪ੍ਰਭ ਤਾਕੇ, ਉਸ ਪਰਮਾਤਮਾ ਦੇ, ਉਸ ਪਰਮੇਸ਼ਰ ਦੇ, ਉਹ ਜਿਹਨੇ ਵਾਹਿਗੁਰੂ, ਉਸ ਪਰਮੇਸ਼ਰ ਦੇ, ਉਸ ਵਾਹਿਗੁਰੂ ਦੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੇ। ਉਸ ਵਾਹਿਗੁਰੂ ਦੇ, ਉਸ ਪਰਮੇਸ਼ਰ ਦੀ ਓਟ ਦੇ ਵਿੱਚ ਪੈਰ
ਪੈਣਾ ਕਰ, ਉਹਦੀ ਸ਼ਰਨ ਦੇ ਵਿੱਚ ਜਾਣਾ ਕਰ ਉਸ ਵਾਹਿਗੁਰੂ ਦੇ, ਜਿਹਨੇ ਤੇਰੇ ਸਾਰੇ ਛਿੱਦਰ ਸਾਰੇ ਔਗਣ ਢੱਕੇ ਹੋਏ ਆ। ਕਿਤੇ ਮਨੁੱਖ ਦੇ ਔਗਣ ਪ੍ਰਗਟ ਕਰ ਲਏ ਨਾ, ਮਨੁੱਖ ਪਤਾ ਲੱਗ ਜੇ। ਹਰ ਕਿਸੇ ਨੂੰ ਪਤਾ ਹੁੰਦਾ ਮੈਂ ਕਿੰਨਾ ਕੁ ਚੰਗਾ ਆ ਕਿ ਕਿੰਨਾ ਕੁ ਮਾੜਾ ਹੈ। ਤੇ ਜੇ ਕਿਤੇ ਆਪਣੇ ਵਿਚਾਰ ਮਨ 'ਚ ਕਰੀਏ ਤੇ ਮਹਾਰਾਜ ਤੁਸੀਂ ਤੇ ਬੜੇ ਕਿਰਪਾਲੂ ਆ, ਮੈਂ ਰੋਜ਼ ਪਤਾ ਨਹੀਂ ਕਿੰਨੇ ਕੁ ਔਗਣ ਕਰਦਾ, ਪਰ ਫਿਰ ਵੀ ਤੁਸੀਂ ਢੱਕ ਕੇ ਰੱਖਦੇ ਹੋ। ਤੇ ਜੇ ਕਿਤੇ ਮਨੁੱਖ ਦੇ ਅੱਗੇ ਇੱਕ ਵੀ ਔਗਣ ਬੰਦਾ ਦੱਸ ਦੇਵੇ ਨਾ, ਉਹ 10 ਜਾਣੇ ਨੂੰ ਅੱਗੇ ਦੱਸਦਾ, ਉਹ 10 ਚੋਂ 20 ਤੇ 20 ਚੋਂ ਹਜ਼ਾਰਾਂ 'ਚ ਪਹੁੰਚ ਜਾਂਦਾ। ਪਰ ਪਰਮੇਸ਼ਰ ਐਸਾ ਹੈ, ਜਦੋਂ ਉਹਦੇ ਅੱਗੇ ਗੱਲ ਕਰੀਦੀ ਕਿ ਪਰਮੇਸ਼ਰ ਮੇਰੇ 'ਚ ਆਹ ਔਗਣ ਕਿਰਪਾ ਕਰ ਬਖਸ਼ ਲਾ, ਉਹ ਨਹੀਂ ਕਿਸੇ ਨੂੰ ਦੱਸਦਾ, ਉਹ ਔਗਣ ਚਿਤਾਰਦਾ ਨਹੀਂ, ਔਗਣ ਢਾਕਣ ਵਾਲਾ ਹੈ। ਇਸ ਕਰਕੇ ਉਹਦੀ ਸ਼ਰਨ ਨਹੀਂ ਪੈਣਾ ਚਾਹੀਦਾ, ਉਹਦੇ ਚਰਨ ਫੜਨੇ ਚਾਹੀਦੇ ਆ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੈ ਉੱਚੇ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਾਰੇ ਕਹਿੰਦੇ ਆ ਜਿਸ ਪਰਮੇਸ਼ਰ ਦੀ ਕਿਰਪਾ ਨਾਲ ਤੇਰੀ ਬਰਾਬਰੀ ਕੋਈ ਨਹੀਂ ਕਰ ਸਕਦਾ। ਤੁਝ ਕੋ ਨਾ ਪਹੁੰਚੇ, ਹਰ ਮਨੁੱਖ ਆਪਣੇ ਆਪ ਦੇ ਵਿੱਚ ਵੱਖਰਾ ਹੁੰਦਾ ਹੈ ਤੇ ਉਹਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ ਹੁੰਦਾ, ਹਰ ਮਨੁੱਖ। ਰੱਬ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ, ਹਰ ਕਾਰਜ ਦੇ ਵਿੱਚ ਹਰ ਮਨੁੱਖ ਇੱਕ ਵੱਖਰੀ ਹਸਤੀ ਹੈ। ਇਸੇ ਕਰਕੇ ਕਹਿੰਦੀ ਆਪਣੇ ਆਪ ਦੀ ਤੁਲਨਾ ਕਿਸੇ ਦੂਸਰੇ ਨਾਲ ਨਹੀਂ ਕਰਨੀ ਚਾਹੀਦੀ। ਹਰ ਮਨੁੱਖ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਹਸਤੀ ਹੈ, ਵੱਖਰੀ ਸੋਚ ਹੈ, ਵੱਖਰਾ ਕਰਨਾ ਹੈ ਹਰ ਕਿਸੇ ਮਨੁੱਖ ਦਾ, ਜਿੰਨੇ ਵੀ ਸੰਸਾਰ ਦੇ ਮਨੁੱਖ ਆ। ਤੇ ਮਹਾਰਾਜ ਕਹਿੰਦੇ ਆ ਕਿ ਭਾਈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ, ਤੇਰੇ ਬਰਾਬਰ ਜਿਸ ਪਰਮੇਸ਼ਵਰ ਨੇ ਤੇਰੇ ਬਰਾਬਰ ਕਿਸੇ ਨੂੰ ਨਹੀਂ ਬਣਾਇਆ, ਜਿਹੋ ਜਿਹਾ ਤੈਨੂੰ ਬਣਾ ਦਿੱਤਾ। ਮਨ ਸਾਸ ਸਾਸ ਸਿਮਰੋ ਪ੍ਰਭੂ ਉੱਚੇ। ਫਿਰ ਉਸ ਪਰਮੇਸ਼ਰ ਨੂੰ, ਉਸ ਅਕਾਲ ਪੁਰਖ ਨੂੰ ਆਪਣੇ ਮਨ ਦੇ ਵਿੱਚ ਸਾਸ ਸਾਸ ਉਹਨੂੰ ਸਿਮਰਨਾ ਕਰ, ਉਹਨੂੰ ਯਾਦ ਕਰਨਾ ਕਰ। ਉਸ ਪਰਮੇਸ਼ਰ ਨੂੰ, ਉਸ ਵਾਹਿਗੁਰੂ ਨੂੰ, ਉਸ ਅਕਾਲ ਪੁਰਖ ਨੂੰ ਯਾਦ ਕਰ, ਜਿਹਨੇ ਤੈਨੂੰ ਵੱਖਰਾ ਬਣਾਇਆ, ਜਿਹਨੇ ਤੇਰੀ ਹਸਤੀ ਅਲੱਗ ਬਣਾਈ ਹੈ, ਆਪਣੇ ਆਪ ਦੇ ਵਿੱਚ ਤੈਨੂੰ ਵੱਖਰਾ ਘੜਿਆ ਹੋਇਆ। ਜੇ ਪ੍ਰਸਾਦ ਪਾਈ ਦੁਰਲਭ ਦੇਹ, ਨਾਨਕ ਤਾਕੀ ਭਗਤ ਕਰੇ। ਮਹਾਰਾਜ ਕਹਿੰਦੇ ਭਾਈ ਜੇ ਪ੍ਰਸਾਦ ਜਿਹਦੀ ਕਿਰਪਾ ਦੇ ਨਾਲ ਇਹ ਦੁਰਲਭ ਦੇਹ ਪਾਈ, ਤੂੰ ਬੜੀ ਦੁਰਲਭ ਦੇਹ ਹੈ ਸਾਧ ਸੰਗਤ। ਇਸ ਦੇਹੀ ਕੋ ਸਿਮਰੈ ਦੇਵ, ਇਹਨੂੰ ਦੇਵਤੇ ਵੀ ਲੱਭ ਰਹੇ ਇਸ ਦੇਹੀ ਨੂੰ। 84 ਲੱਖ ਗੁਣਾ ਭੋ ਕੇ ਦੇਹੀ ਮਿਲਦੀ ਹੈ ਕਿਤੇ ਜਾ ਕੇ, ਇਹ ਮਨੁੱਖਾ ਦੇਹੀ। ਮਹਾਰਾਜ ਕਹਿੰਦੇ ਬੜੀ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਇਹ ਦੁਰਲਭ ਦੇਹੀ ਤੈਨੂੰ ਮਿਲੀ ਹੈ ਭਾਈ। ਨਾਨਕ ਤਾਕੀ ਭਗਤ ਕਰੇ, ਤੇ ਇਹ ਤੈਨੂੰ ਭਗਤੀ ਕਰਨ ਵਾਸਤੇ ਮਿਲੀ ਹੈ। ਤੇ ਇਹ ਨਾ ਹੋਵੇ ਹੋਰ ਪਾਸੇ ਨਾ ਲਾ, ਉਹਦੀ ਭਗਤੀ 'ਚ ਜੁੜ ਜਾ। ਜਿਹਨੇ ਤੈਨੂੰ ਇਹ ਦੇਹ ਦਿੱਤੀ ਹੈ, ਜਿਹਨੇ ਤੈਨੂੰ ਇਹ ਸਰੀਰ ਦਿੱਤਾ ਹੈ, ਤੇ ਇਹ ਸਰੀਰ ਤੈਨੂੰ ਦੁਬਾਰਾ ਮਿਲੇ ਕਿ ਨਾ ਮਿਲੇ ਇਹ ਤੇ ਫਿਰ ਉਹੀ ਜਾਣਦਾ ਹੈ। ਪਰ ਜਿਹਦੀ ਕਿਰਪਾ ਦੇ ਨਾਲ ਜੇ ਤੈਨੂੰ ਇਹ ਦੇਹ ਤੈਨੂੰ ਸਰੀਰ ਮਿਲ ਹੀ ਗਿਆ ਨਾ, ਤੇ ਤੂੰ ਉਹਨੂੰ ਯਾਦ ਕਰ, ਉਹਦੀ ਭਗਤੀ ਕਰਨੀ ਕਰ। ਜੇ ਪ੍ਰਸਾਦ ਆਪੂਖਣ ਪਹਿਰੀਜੈ, ਮਾਰੇ ਕਹਿੰਦੇ ਆ ਜਿਹਦੀ ਕਿਰਪਾ ਦੇ ਨਾਲ, ਪਰਮੇਸ਼ਰ ਦੀ ਕਿਰਪਾ ਦੇ ਨਾਲ ਆਪੂਖਣ ਹੁੰਦੇ ਗਹਿਣੇ, ਪਹਿਰੀਜੇ ਪਹਿਨਦਾ ਹੈ। ਜਿਹਦੀ ਕਿਰਪਾ ਦੇ ਨਾਲ ਤਰ੍ਹਾਂ ਦੇ ਗਹਿਣੇ ਪਹਿਨਦਾ, ਕੋਈ ਹੀਰੇ ਪਹਿਨਦਾ ਹੈ, ਕੋਈ ਸੋਨਾ ਪਹਿਨਦਾ ਹੈ, ਜਿੰਨੀ ਜਿਹਦੀ ਸਮਰੱਥਾ ਹੁੰਦੀ ਹੈ। ਮਾਰੇ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤਰ੍ਹਾਂ ਦੇ ਭਾਈ ਤੂੰ ਗਹਿਣੇ ਪਹਿਨਦਾ ਹੈ, ਤਰ੍ਹਾਂ ਦੇ ਜਿਹੜੇ ਆ ਆਪੂਖਣ ਪਹਿਰੀਜੇ। ਮਨ ਤੇ ਸਿਮਰਤ ਕਿਉਂ ਆਲਸ ਕੀਜੇ, ਫਿਰ ਕਿਉਂ ਆਲਸ ਕਰਦਾ ਇਹਨੂੰ ਸਿਮਰਨ ਲੱਗਿਆ? ਕਿਉਂ ਮਨ ਦੇ ਵਿੱਚ ਆਲਸ ਆ ਜਾਂਦੀ ਤੇਰੇ? ਜਦੋਂ ਗਹਿਣੇ ਪਹਿਨਣੇ ਦੇ ਉਦੋਂ ਤੇ ਕੋਈ ਆਲਸ ਨਹੀਂ ਆਉਂਦੀ, ਪਰ ਜਦੋਂ ਉਹਨੂੰ ਸਿਮਰਨਾ ਹੁੰਦਾ ਉਦੋਂ ਆਲਸੀ ਹੋ ਜਾਂਦਾ। ਉਦੋਂ ਕਹਿਣਾ ਛੱਡੋ ਠਾਂ ਕੀ ਰੱਖਿਆ ਪਰਮੇਸ਼ਰ ਦੇ ਨਾਮ 'ਚ। ਪਰ ਜਦੋਂ ਗਹਿਣੇ ਚੰਗੇ ਪਹਿਨਣੇ ਹੁੰਦੇ ਆ, ਜਦੋਂ ਲੋਕਾਂ ਨੂੰ ਦਿਖਾਉਣਾ ਹੁੰਦਾ ਮੈਂ ਬੜਾ ਅਮੀਰ ਹਾਂ, ਉਦੋਂ ਭੱਜਾ ਜਾਂਦਾ। ਚੰਗੇ ਗਹਿਣੇ ਪਹਿਨ ਕੇ ਵਿਆਹਾਂ 'ਤੇ, ਸ਼ਾਦੀਆਂ 'ਤੇ, ਪਾਰਟੀਆਂ ਦੇ ਵਿੱਚ ਚੰਗੇ ਪਹਿਰਾਵੇ, ਚੰਗੇ ਭੂਖਣ ਪਹਿਨ ਕੇ ਜਾਂਦਾ ਹੈ ਲੋਕਾਂ ਨੂੰ ਵਿਖਾਉਣ ਵਾਸਤੇ। ਤੇ ਫਿਰ ਭਾਵੇਂ ਰਾਤ ਦੀ ਪਾਰਟੀ ਹੋਵੇ ਤੇ ਭਾਵੇਂ ਦਿਨ ਦੀ ਪਾਰਟੀ, ਫਿਰ ਤੇ ਜਾਣਾ ਹੀ ਜਾਣਾ ਹੁੰਦਾ। ਪਰ ਜਦੋਂ ਪਰਮੇਸ਼ਰ ਦਾ ਨਾਮ ਸਿਮਰਨਾ ਹੁੰਦਾ ਹੈ ਤੇ ਉਦੋਂ ਆਲਸ ਕਰਕੇ ਪਿਆ ਰਹਿੰਦਾ ਹੈ ਕਿ ਪਿਆ ਰਹੋ, ਕੀ ਰੱਖਿਆ ਹੁਣ ਪਰਮੇਸ਼ਰ ਦਾ ਨਾਮ ਕਿਤੇ ਕੌਣ ਸਿਮਰੇ ਹੁਣ ਇੰਨੀ ਸਵਖਤੇ ਉੱਠ ਕੇ। ਮਨ ਸਿਮਰਤ ਤੇ ਸਿਮਰਤ ਕਿਉਂ ਆਲਸ ਕੀਜੇ, ਮੇਰਾ ਮਨਾ ਕਿਉਂ ਆਲਸ ਕਰਦਾ ਹੈ ਇਸ ਪਰਮੇਸ਼ਰ ਨੂੰ ਸਿਮਰਨ ਲੱਗਿਆ, ਜਿਹਨੇ ਤੈਨੂੰ ਸੋਹਣੇ ਗਹਿਣੇ ਦਿੱਤੇ ਹੋਏ ਆ। ਜੇ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕਉ ਕਬਹੂ ਨਾ ਵਿਸਾਰੀ। ਜਿਹਦੀ ਕਿਰਪਾ ਦੇ ਨਾਲ, ਅਸਵ ਦਾ ਅਰਥ ਹੁੰਦਾ ਹੈ ਸਾਧ ਸੰਗਤ ਘੋੜੇ, ਹਸਤ ਦਾ ਅਰਥ ਹਾਥੀ, ਅਸਵਾਰੀ ਅਸਵਾਰ ਹੋਣਾ ਉੱਤੇ। ਮਹਾਰਾਜ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਚੰਗੇ ਘੋੜਿਆਂ ਦੇ ਚੜ੍ਹਦਾ ਹੈ ਤੂੰ, ਹਾਥੀਆਂ ਤੇ ਚੜਿਆ ਫਿਰਦਾ, ਜਿਵੇਂ ਕਹਿ ਲਓ ਅੱਜ ਦੀ ਭਾਸ਼ਾ 'ਚ ਕਿ ਭਾਈ ਚੰਗੀਆਂ ਤੇਰੇ ਕੋਲ ਗੱਡੀਆਂ ਸਵਾਰੀ ਵਾਸਤੇ ਵੱਡੀ ਤੋਂ ਵੱਡੀ ਗੱਡੀ ਰੱਖੀ ਆ,
ਲੱਖਾਂ ਦੀਆਂ ਕਰੋੜਾਂ ਦੀਆਂ ਤੇਰੇ ਕੋਲ ਗੱਡੀਆਂ ਹਨ, ਇੰਨੀ ਸੁੰਦਰ ਸਵਾਰੀ ਤੈਨੂੰ ਪਰਮੇਸ਼ਰ ਨੇ ਦਿੱਤੀ ਆ, ਤੇ ਫਿਰ ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ। ਭਾਈ ਉਹਨੂੰ ਕਦੀ ਵਿਸਾਰ ਨਾ ਮਨ ਚ, ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ। ਉਸ ਪਰਮੇਸ਼ਰ ਨੂੰ ਕਿਉਂ ਮਨ ਤੋਂ ਵਿਸਾਰਦਾ? ਉਹਨੂੰ ਵਿਸਾਰ ਨਾ ਜਿਹਨੇ ਤੈਨੂੰ ਇੰਨੀਆਂ ਸੋਹਣੀਆਂ ਅਸਵਾਰੀਆਂ ਦਿੱਤੀਆਂ, ਜਿਨ੍ਹਾਂ ਤੇ ਬਹਿ ਕੇ ਮਿੰਟਾਂ ਸਕਿੰਟਾਂ 'ਚ ਕਿਤੇ ਉੱਥੇ ਚਲਾ ਜਾਣਾ ਤੇ ਕਿਤੇ ਉੱਥੇ ਚਲਾ ਜਾਣਾ, ਤੇ ਉਹਨੂੰ ਵਿਸਾਰ ਨਾ ਉਸ ਪਰਮੇਸ਼ਰ ਨੂੰ। ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ, ਕਦੀ ਨਾ ਵਿਸਾਰੋ। ਜੇ ਪ੍ਰਸਾਦ ਬਾਗ ਮਿਲਖ ਧਨਾ, ਰਾਖ ਪਰੋਏ ਪ੍ਰਭ ਆਪਣੇ ਮਨਾ। ਜੇ ਪ੍ਰਸਾਦ ਬਾਗ ਮਿਲਖ ਧਨਾ, ਮਾਰੇ ਕਹਿੰਦੇ ਸੋਹਣੇ ਬਾਗ, ਮਿਲਖ ਦਾ ਅਰਥ ਹੁੰਦਾ ਜਗੀਰਾਂ, ਧਨ। ਜਿਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਤੇਰੇ ਸੋਹਣੇ ਸੋਹਣੇ ਬਾਗ ਆ, ਤੇਰੇ ਸੋਹਣੇ ਸੋਹਣੀ ਜਗੀਰਾਂ ਹਨ, ਕਿੰਨੀਆਂ ਤੇਰੇ ਪਲਾਟ ਆ, ਕਈ ਜਗ੍ਹਾ ਦੇ ਉੱਤੇ ਤੂੰ ਲਏ ਹੋਏ, ਕਿੰਨੇ ਵਿਗੇ ਤੇਰੀ ਜ਼ਮੀਨ ਹੈ। ਮਾਰੇ ਕਹਿੰਦੇ ਜਿਹਦੀ ਕਿਰਪਾ ਦੇ ਨਾਲ, ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਆ ਨਾ। ਹਰ ਕਿਸੇ ਨੂੰ ਨਹੀਂ ਨਾ ਮਿਲਦੇ, ਕਿਸੇ ਨੂੰ ਪਰਮੇਸ਼ਰ ਦਿੰਦਾ। ਤੇ ਮਾਰੇ ਕਹਿੰਦੇ ਜੇ ਭਾਈ ਤੈਨੂੰ ਇਹ ਮਿਲੇ ਆ, ਜੇ ਪ੍ਰਸਾਦ ਬਾਗ ਮਿਲਖ ਧਨਾ, ਤੇਰੇ ਕੋਲ ਧਨ ਵੀ ਬਹੁਤ ਆ, ਤੇਰੀ ਜਾਇਦਾਦ ਜ਼ਕੀਰਾਂ ਵੀ ਬਹੁਤ ਆ, ਤੈਨੂੰ ਸੋਹਣੇ ਸੋਹਣੇ ਬਾਗ ਵੀ ਤੇਰੇ ਬੜੇ ਆ, ਰਾਖ ਪਰੋਏ ਪ੍ਰਭ ਆਪਣੇ ਮਨਾ। ਉਸ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ 'ਚ ਪਰੋ ਕੇ ਰੱਖ, ਜਿਵੇਂ ਮਾਲਿਆ ਦੇ ਵਿੱਚ ਮਣਕੇ ਪਰੋਏ ਜਾਂਦੇ ਆ। ਰਾਖ ਪਰੋਏ ਪ੍ਰਭ ਆਪਣੇ ਮਨਾ, ਆਪਣੇ ਮਨ ਦੇ ਵਿੱਚ ਪਰਮੇਸ਼ਰ ਨੂੰ ਪਰੋ ਕੇ ਰੱਖ, ਉਹਨੂੰ ਸਦਾ ਹੀ ਯਾਦ ਰੱਖ ਆਪਣੇ ਮਨ ਦੇ ਵਿੱਚ। ਰਾਖ ਪਰੋਏ ਪ੍ਰਭ ਆਪਣੇ ਮਨ। ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠਤ ਸਦ ਤਿਸਹਿ ਧਿਆਈ। ਹੁਣ ਸਤਿਗੁਰੂ ਬਖਸ਼ਿਸ਼ ਕਰਦੇ ਆ ਭਾਈ, ਜਿਸ ਪਰਮੇਸ਼ਰ ਨੇ ਮੇਰਿਆ ਮਨਾ ਤੇਰੀ ਬਣਤ ਬਣਾਈ ਹੈ। ਜਿਨ ਤੇਰੀ ਮਨ ਬਣਤ ਬਣਾਈ, ਜਿਸ ਪਰਮੇਸ਼ਰ ਨੇ ਇਸ ਮਨ ਦੀ ਬਣਤ ਬਣਾਈ ਆ। ਮਨ ਕੋਈ ਚੰਗਾ ਵੇਖਦਾ ਹੈ, ਕੁਝ ਮਾੜਾ ਹੁੰਦਾ ਹੈ, ਜਿਹਦੇ ਵਿੱਚ ਪਰਮੇਸ਼ਰ ਨੇ ਤਰ੍ਹਾਂ ਤਰ੍ਹਾਂ ਦੇ ਤੱਤ ਗੁਣ ਜਿਹੜੇ ਉਹ ਸੁਭਾਏਮਾਨ ਕੀਤੇ ਆ ਮਨੁੱਖ ਦੇ ਅੰਦਰ। ਮਨ ਦੇ ਵਿੱਚ ਕਹਿੰਦੇ ਆ ਨਾ ਮੇਰਾ ਮਨ ਨਹੀਂ ਲੱਗਦਾ, ਕਿਤੇ ਕਹਿੰਦੇ ਮੇਰਾ ਮਨ ਬੜਾ ਖੁਸ਼ ਹੈ, ਅੱਜ ਮੇਰਾ ਮਨ ਬਹੁਤ ਖੁਸ਼ ਹੈ, ਕਿਤੇ ਕਹਿੰਦੇ ਮੇਰਾ ਮਨ ਹੀ ਨਹੀਂ ਲੱਗਦਾ ਪਿਆ, ਮਨ ਬੜਾ ਉਦਾਸ ਹੈ। ਇਹ ਮਨ ਦੀ ਬਣਤ ਆ ਨਾ, ਇੱਕ ਬਣਾਈ ਹੋਈ ਪਰਮੇਸ਼ਰ ਨੇ। ਮਾਰੇ ਕਹਿੰਦੇ ਜਿਨ ਤੇਰੀ ਮਨ ਬਣਤ ਬਣਾਈ, ਜਿਹਨੇ ਤੇਰੇ ਮਨ ਦੀ ਬਣਤ ਬਣਾਈ ਆ ਨਾ, ਜਿਹਦਾ ਕਰਕੇ ਤੂੰ ਨੌ ਰਸ ਜਿਹੜਾ ਭੋਗਦਾ, ਕਿਤੇ ਖੁਸ਼ ਹੁੰਦਾ, ਕਿਤੇ ਨੱਚਦਾ ਹੈ, ਕਿਤੇ ਗਾਉਣਾ, ਕਿਤੇ ਗਾਉਣ ਦੇ ਵਿੱਚ ਤੈਨੂੰ ਖੁਸ਼ੀ ਆਉਂਦੀ ਹੈ, ਮਨ ਖੁਸ਼ ਹੁੰਦਾ, ਕਿਤੇ ਨੱਚਣ 'ਚ ਖੁਸ਼ੀ ਆਉਂਦੀ ਹੈ, ਮਨ ਖੁਸ਼ ਹੁੰਦਾ, ਕਿਤੇ ਤੂੰ ਰੋਣ ਲੱਗ ਜਾਣਾ ਹੈ ਮਨ ਹੌਲਾ ਕਰਨ ਵਾਸਤੇ, ਕਿਤੇ ਤੂੰ ਮੁਸਕਰਾਉਣਾ ਹੈ ਬਸ। ਮਾਰੇ ਕਹਿੰਦੇ ਇਹ ਤੇਰੇ ਮਨ ਦੀ ਜਿਹੜੀ ਬਣਤ ਪਰਮੇਸ਼ਰ ਨੇ ਬਣਾਈ ਹੋਈ ਹੈ, ਤਾਂ ਤੂੰ ਇੰਨਾ ਕੁਝ ਕਰਦਾ। ਜੇ ਮਨ ਦੀ ਤੇਰੇ ਦੀ ਬਣਤ ਨਾ ਹੁੰਦੀ ਤੇ ਫਿਰ ਤੂੰ ਇੰਨਾ ਕੁਝ ਕਰ ਵੀ ਨਹੀਂ ਸੀ ਸਕਦਾ। ਜਿਨ ਤੇਰੀ ਮਨ ਬਣਤ ਬਣਾਈ, ਊਠਤ ਬੈਠਤ ਸਦ ਤਿਸਹਿ ਧਿਆਈ। ਫਿਰ ਉਹਨੂੰ ਉਹਨੂੰ ਧਿਆਉਂਦਾ ਕਿਉਂ ਨਹੀਂ? ਊਠਤ ਬੈਠਤ, ਉੱਠਦਿਆਂ ਬਹਿੰਦਿਆਂ ਸਦਾ ਹੀ ਉਹਦਾ ਨਾਮ ਜਪ, ਉਹਨੂੰ ਸਿਮਰ, ਉਹਨੂੰ ਸਦਾ ਧਿਆ ਮਨ ਦੇ ਵਿੱਚ। ਤਿਸਹਿ ਧਿਆਏ ਜੋ ਏਕ ਅਲਖ ਹੈ, ਈਹਾ ਊਹਾ ਨਾਨਕ ਤੇਰੀ ਰੱਖੈ। ਮਾਰੇ ਕਹਿੰਦੇ ਆ ਤਿਸਹਿ ਧਿਆਏ ਜੋ ਏਕ ਅਲਖ ਹੈ। ਅਲਖ ਹੈ, ਲੱਲੇ ਦੇ ਉੱਤੇ ਅਧਿਕ ਲਾ ਕੇ ਬੋਲਣਾ ਹੈ ਜੀ, ਅਲਖ ਹੈ। ਅਲਖ ਦਾ ਸ਼ਬਦ ਦਾ ਨਾਮ ਅਲਖ। ਅਲਖ ਦਾ ਅਰਥ ਹੁੰਦਾ ਹੈ ਜਿਹਨੂੰ ਲਖਿਆ ਨਾ ਜਾਵੇ, ਜਿਹਦੇ ਬਾਰੇ ਕੁਝ ਕਥਨ ਨਾ ਕੀਤਾ ਜਾਵੇ, ਜਿਹਦੇ ਬਾਰੇ ਜਿਹਦੀ ਪਹੁੰਚ ਨਾ ਜਿਹਦੇ ਤੱਕ ਹੋਵੇ, ਉਹਨੂੰ ਅਲਖ ਕਿਹਾ ਜਾਂਦਾ ਹੈ। ਲੱਖ ਦਾ ਅਰਥ ਹੁੰਦਾ ਲਿਖਿਆ ਜਾਣਾ, ਸਮਝ ਜਾਣਾ ਜਿਹਨੂੰ। ਅਲਖ ਦਾ ਅਰਥ ਜਿਹਨੂੰ ਸਮਝਿਆ ਨਾ ਜਾ ਸਕੇ, ਜਿਹਦੇ ਤੱਕ ਪਹੁੰਚ ਨਾ ਹੋਵੇ ਮਨੁੱਖ ਦੀ। ਤਿਸਹਿ ਧਿਆਏ ਜੋ ਏਕ ਅਲਖ ਹੈ, ਉਹਨੂੰ ਧਿਆ ਭਾਈ ਜੋ ਪਰਮੇਸ਼ਰ ਇੱਕ ਹੈ ਤੇ ਅਲਖ ਹੈ, ਜਿਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਐਸਾ ਪਹੁੰਚ ਵਾਹਿਗੁਰੂ ਅਕਾਲ ਪੁਰਖ ਹੈ, ਉਹਨੂੰ ਧਿਆ। ਈਹਾ ਊਹਾ ਨਾਨਕ ਤੇਰੀ ਰੱਖਿਆ। ਫਿਰ ਕੀ ਹੋਏਗਾ? ਇੱਥੇ ਸੰਸਾਰ ਦੇ ਵਿੱਚ ਵੀ ਤੇਰੀ ਰੱਖ ਲਵੇਗਾ, ਫਿਰ ਜਦੋਂ ਤੂੰ ਸੰਸਾਰ ਛੱਡ ਕੇ ਜਾਏਗਾ ਦਰਗਾਹ ਦੇ ਵਿੱਚ ਵੀ ਤੇਰੀ ਉਹ ਪਰਮੇਸ਼ਰ ਰੱਖਿਆ ਕਰੇਗਾ। ਈਹਾ ਊਹਾ ਨਾਨਕ ਤੇਰੀ ਰੱਖਿਆ। ਭਾਈ ਉਹ ਤੇਰੀ ਸਦਾ ਰੱਖਿਆ ਕਰੇਗਾ ਪਰਮੇਸ਼ਰ, ਇੱਥੇ ਵੀ ਤੇ ਉੱਥੇ ਵੀ। ਸੋ ਸਤਿਗੁਰਾਂ ਨੇ ਇਸ ਅਸ਼ਟਪਦੀ ਦੇ 4 ਪਦੇ ਕੀਤੇ ਹਨ। 4 ਪਦਿਆਂ 'ਚ ਮਹਾਰਾਜ ਨੇ ਇਹ ਦੱਸਣਾ ਕੀਤਾ ਕਿ ਭਾਈ ਪਰਮੇਸ਼ਰ ਦੀ ਬੜੀ ਵੱਡੀ ਕਿਰਪਾ ਹੈ, ਜਿਹਦੇ ਕਰਕੇ ਅਸੀਂ ਸੁਣਦੇ ਹਾਂ, ਬੋਲਦੇ ਹਾਂ, ਗੱਲਾਂ ਕਰਦੇ ਹਾਂ, ਪਰਿਵਾਰ ਹੈ ਸਾਡਾ, ਧਨ ਪਦਾਰਥ ਹੈ, ਕਿੰਨਾ ਕੁਛ ਹੈ। ਜਿੰਨਾ ਕੁਝ ਵੀ ਸੋਚੀ ਜਾਓ, ਇਹ ਸਾਰੀਆਂ ਉਹਦੀਆਂ ਰਹਿਮਤਾਂ ਹਨ, ਉਹਦੀ ਕਿਰਪਾ ਹੈ। ਉਹਦੀ ਕਿਰਪਾ ਦੇ ਨਾਲ ਹੀ ਆਪਾਂ ਇਹ ਸਾਰੇ ਕਾਰਜ ਕਰਦੇ ਹਾਂ। ਪਰ ਜੇ ਅਸੀਂ ਉਹਨੂੰ ਭੁੱਲ ਜਾਵਾਂਗੇ ਤੇ ਫਿਰ ਇਹ ਸਾਡੇ ਕਾਰਜ ਕੀਤੇ ਜਿਹੜੇ ਆ ਉਹ ਸਫਲ ਨਹੀਂ ਹੈ। ਫਿਰ ਤੇ ਅਕਿਰਤ ਘਣਾ ਵਾਲੀ ਗੱਲ ਹੋ ਗਈ। ਜੇ ਕਿਸੇ ਨੇ ਕੋਈ ਦਿੱਤਾ ਹੋਵੇ ਤੇ ਆਪਾਂ ਉਹਦਾ ਸਦਾ ਹੀ ਗੁਣ ਪਾਉਣੇ ਆ
ਕਿਸੇ ਕੋਲ ਪੈਨ ਲੈ ਲਈਏ ਨਾ, ਇੱਕ ਛੋਟਾ ਜਿਹਾ ਪੈਨ ਕੋਈ ਦੇ ਦੇ ਸਾਈਨ ਕਰਨ ਨੂੰ। ਮੰਨ ਲਓ ਬੈਂਕ ਜਾਂਦੇ ਕਈ ਵਾਰੀ ਤੇ ਕੋਈ ਕਿਸੇ ਕੋਲ ਪੈਨ ਨਾ ਹੋਵੇ, ਦੂਸਰੇ ਕੋਲ ਮੰਗ ਕੇ ਆਪਣਾ ਚੈੱਕ ਸਾਈਨ ਕਰ ਲੇ ਜਾਂ ਕੋਈ ਵੀ ਕੰਮ ਕਰ ਲੇ ਤੇ ਉਹਨੂੰ ਵਾਪਸ ਦੇਣ ਲੱਗਿਆ ਥੈਂਕ ਯੂ ਆਪਾਂ ਧੰਨਵਾਦ ਉਹਦਾ ਜ਼ਰੂਰ ਕਰਦੇ ਆ। ਪਰ ਪਰਮੇਸ਼ਰ ਦਾ ਦੇਖੋ ਸਾਡੇ ਕੋਲ ਕਿੰਨਾ ਕੁਝ ਦਿੱਤਾ ਹੋਇਆ, ਹੱਥ ਪੈਰ ਸਾਰਾ ਕੁਝ ਸਾਡਾ, ਜੋ ਵੀ ਚੀਜ਼ ਸਾਨੂੰ ਦਿਖਦੀ ਪਈ ਆ ਉਹ ਪਰਮੇਸ਼ਰ ਨੇ ਸਾਨੂੰ ਦਿੱਤੀ ਆ, ਯੋਗ ਜਾਣ ਕੇ ਦਿੱਤੀ ਆ। ਪਰ ਮਨੁੱਖ ਕੀ ਕਰਦਾ ਹੈ ਕਿ ਜਿਹੜਾ ਨਹੀਂ ਮਿਲਿਆ ਉਹਦੇ ਵਾਸਤੇ ਰੋਂਦਾ ਰਹਿੰਦਾ ਹੈ, ਤੇ ਜਿਹੜਾ ਮਿਲਿਆ ਉਹਦਾ ਕਦੀ ਸ਼ੁਕਰਾਨਾ ਨਹੀਂ ਕਰਦਾ, ਉਹਨੂੰ ਸਿਮਰਦਾ ਹੀ ਨਹੀਂ ਜਿਹਨੇ ਇੰਨਾ ਕੁਝ ਦਿੱਤਾ ਹੈ। ਤੇ ਕਦੀ ਸੋਚਦਾ ਨਹੀਂ ਕਿ ਤੇਰੇ ਤੋਂ ਵੀ ਨੀਵੇਂ ਬੜੇ ਹੈਗੇ ਆ, ਕਦੀ ਨਹੀਂ ਸੋਚਦਾ ਮਨੁੱਖ। ਇਸ ਕਰਕੇ ਮਹਾਰਾਜ ਨੇ ਉਹੀ ਸੋਚ ਕਹੀ ਹੈ ਕਿ ਭਾਈ ਜੇ ਤੇਰੇ ਕੋਲ ਆ ਕੁਝ ਹੈਗਾ ਹੀ ਤੇ ਤੂੰ ਯਾਦ ਰੱਖ ਤੇਰੇ ਤੇ ਪਰਮੇਸ਼ਰ ਦੀ ਬੜੀ ਵੱਡੀ ਕਿਰਪਾ ਆ। ਜੇ ਤੇਰੇ ਕੋਲ ਹੱਥ ਪੈਰ ਤੇਰੇ ਸਲਾਮਤ ਆ, ਜੇ ਤੈਨੂੰ ਜੀਭਾ ਰਸ ਚੱਖਣ ਵਾਸਤੇ ਦਿੱਤੀ ਆ, ਜੇ ਤੇਰੀਆਂ ਅੱਖਾਂ ਸਲਾਮਤ ਆ, ਜੇ ਤੇਰੇ ਕੋਲ ਗਹਿਣੇ ਹੈਗੇ ਆ, ਜੇ ਤੇਰੇ ਕੋਲ ਧਨ ਹੈਗਾ, ਜੇ ਤੇਰੇ ਕੋਲ ਪਦਾਰਥ ਹੈਗੇ ਆ, ਤੇ ਇਹ ਗੱਲ ਯਾਦ ਰੱਖ ਤੂੰ ਬੜਾ ਕਰਮਾਂ ਵਾਲਾ ਹੈ, ਤੇਰੇ ਤੇ ਬੜੀ ਬਖਸ਼ਿਸ਼ ਹੈ। ਤੇ ਇਸ ਕਰਕੇ ਉਸ ਪਰਮੇਸ਼ਰ ਨੂੰ ਸਿਮਰ, ਉਹਨੂੰ ਲਾਮੇ ਨਾ ਦੇ, ਉਹਨੂੰ ਸਿਮਰਨਾ ਕਰ, ਸਦਾ ਉਹਨੂੰ ਮਨ 'ਚ ਵਸਾਉਣਾ ਕਰੀਏ। ਸੋ ਇਹ ਆਪਾਂ 4 ਪਦੇ ਇਸ 6ਵੀਂ ਅਸ਼ਟਪਦੀ ਦੇ ਕਰ ਚੁੱਕੇ ਹਾਂ। ਕੱਲ ਨੂੰ ਆਪਾਂ 5ਵੇਂ ਪਦੇ ਤੋਂ ਜਿਹੜਾ ਹੈ ਉਹ ਆਰੰਭ ਕਰਨਾ ਹੈ। ਸੋ ਮੈਂ ਹੁਣ ਬੇਨਤੀ ਕਰਾਂ ਕਿ ਆਪ ਜੀ ਨੇ ਜੇ ਕੋਈ ਪੁੱਛਣਾ ਹੈ ਤੇ ਆਪਣਾ ਮਾਈਕ ਔਨ ਕਰਕੇ ਪੁੱਛ ਲਓ, ਫਿਰ ਆਪਾਂ ਸਮਾਪਤੀ ਕਰੀਏ। ਹਾਂਜੀ ਵਾਹਿਗੁਰੂ। ਵਾਹਿਗੁਰੂ ਠੀਕ ਹੈ ਜੀ, ਵਾਹਿਗੁਰੂ ਆਪ ਸਤ ਸੰਗਤ ਦਾ ਧੰਨਵਾਦ। ਸਵੇਰ ਵਾਲੀ ਕਲਾਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜਾਣਕਾਰੀ ਚੱਲ ਰਹੀ ਹੈ। ਇਸ ਵੇਲੇ ਆਪਾਂ ਸੁਖਮਨੀ ਸਾਹਿਬ ਦੀ ਸੰਥਿਆ ਕਰ ਰਹੇ ਹਾਂ। ਸੋ ਇਸੇ ਤਰ੍ਹਾਂ ਆਪ ਜੀ ਨੇ ਜੁੜਦੇ ਰਹਿਣਾ। ਇੰਨੀਆਂ ਕਿ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।